ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ। ਜਾਨਕ ਪੂਰਨ ਦੀਜੈ। ਹਉ ਬਲ ਬਲ ਜਾਉ ਰਮਈਆ ਕਾਰਨੇ। ਕਾਰਨ ਕਵਨ ਅਬੋਲ। ਬਹੁਤ ਜਨਮ ਬਿਛਰੇ ਥੇ ਮਾਦੋ। ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵਾ। ਚਿਰ ਪਇਓ ਦਰਸ਼ਨ ਦੇਖੇ। ਵਾਹਿਗੁਰੂ ਸਾਹਿਬ ਜੀਓ। ਲੋਕ ਵੇਦ ਸੁਣਿਆ ਖੁਦਾ। ਸੁਣ ਸੁਣ ਗਿਆਨੀ ਧਿਆਨ ਬਖਾਣੈ। ਸੁਰਗ ਲੋਕ ਸਣ ਮਾਤ ਲੋਕ। ਸੁਨ ਸੁਨ ਸਾਤ ਪਤਾਲ ਨ ਜਾਣੈ। ਭੂਤ ਭਵਿਖ ਨ ਵਰਤਮਾਨ। ਆਦ ਮਦ ਅੰਤ ਹੋਏ ਹੈਰਾਨੈ। ਉਤਮ ਮੱਧਮ ਨੀਚ ਹੋਏ। ਸਮਝ ਨਾ ਸਕਣ ਛੋਜ ਵਡਾਣੈ ਹੈ। ਰਜ ਗੁਣ ਤਮ ਗੁਣ ਆਖੀਐ। ਸਾਤ ਗੁਣ ਸੁਣ ਆਖਾਣ ਬਖਾਣੈ। ਮਨ ਬਚ ਕਰਮ ਸੇ ਭਰਮ ਦੇ। ਸਾਧ ਸੰਗਤ ਸਤਿਗੁਰ ਨਾ ਸਿਆਣੈ। ਫਕੜ ਹਿੰਦੂ ਮੁਸਲਮਾਨੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰਸਿੱਖ ਸੰਗਤਾਂ ਮਿਲ ਜੁਲ ਕੇ ਗਰੀਬ ਨਵਾਜ਼ ਦਾਤਾਰ ਪ੍ਰਭੂ ਜੀ ਦੇ ਪਵਿੱਤਰ ਸਥਾਨ 'ਤੇ ਦੀਨ ਦੁਨੀ ਦੇ ਮਾਲਕ ਸ਼ਬਦ ਅਵਤਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾਤਾਰ ਪ੍ਰਭੂ ਜੀ ਦੀ ਮੁਬਾਰਕ ਗੋਦ ਅੰਦਰ ਜੁੜ ਮਿਲ ਬੈਠ ਕਰ ਮਹਾਰਾਜ ਜੀ ਦੇ ਗੁਣ ਗਾਇਨ ਕਰਦੇ ਹੋਏ ਸਾਹਿਬ ਦੇ ਮੁਬਾਰਕ ਬਚਨਾਂ ਨੂੰ ਸਰਵਣ ਕਰਦੇ ਹੋਏ ਜੀਵਨ ਨੂੰ ਸਫਲਤਾ ਵਾਲੇ ਮਾਰਗ 'ਤੇ ਟੋਰ ਰਹੇ ਹਾਂ। ਦਿਆਲੂ ਕਿਰਪਾਲੂ ਸਤਿਗੁਰੂ ਸਾਡੇ 'ਤੇ ਤਰੁੱਠ ਕੇ ਸਾਨੂੰ ਸਤਿਗੁਰੂ ਮਹਾਰਾਜ ਆਪਣੀ ਗੋਦ ਵਿੱਚ ਬਿਠਾਲਦੇ ਨੇ। ਮੁਬਾਰਕ ਉਪਦੇਸ਼ ਦੀ ਬਖਸ਼ਿਸ਼ ਕਰਦੇ ਆ ਰਹੇ। ਮਹਾਰਾਜ ਗਰੀਬ ਨਵਾਜ਼ ਮਾਲਕ ਜੀ ਜਿਹੜੇ ਬਚਨ ਜਗਤ ਨੂੰ ਬਖਸ਼ਦੇ ਨੇ ਉਹ ਪਾਵਨ ਪਵਿੱਤਰ ਬਚਨਾਂ ਨੂੰ ਗੁਰੂ ਕੇ ਸਿੱਖਾਂ ਨੇ ਸੁਣਿਆ, ਜੀਵਨ ਵਿੱਚ ਕਮਾਇਆ, ਬਖਸ਼ਿਸ਼ਾਂ ਨੂੰ ਪਾਇਆ ਤੇ ਫਿਰ ਗੁਰਸਿੱਖ ਸੰਗਤਾਂ ਨੂੰ ਉਦ੍ਰਿੜ ਕਰਾਉਣ ਵਾਸਤੇ ਲਿਖਤ ਰੂਪ ਵਿੱਚ ਕਰ ਦਿੱਤੇ। ਜਿਹੜਾ ਵੀ ਇਹਨਾਂ ਨੂੰ ਕਮਾਵੇਗਾ ਧਿਆਵੇਗਾ ਉਹ ਇਹੋ ਜਿਹਾ ਮੁਰਾਤਬਾ ਪ੍ਰਾਪਤ ਜੀਵਨ ਅੰਦਰ ਕਰ ਲਵੇਗਾ। ਉਹ ਪਾਵਨ ਪਵਿੱਤਰ ਗੁਰੂ ਕੇ ਬਚਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਉਹਨਾਂ ਨੇ ਆਪਣੀਆਂ ਵਾਰਾਂ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੇ ਨੇ। ਸਾਡੇ ਭਾਗ ਸਵੱਲੜੇ ਨੇ
ਜੋ ਅਸੀਂ ਵਾਰਾਂ ਦੀ ਲੜੀਵਾਰ ਕਥਾ ਸਾਨੂੰ ਪੜ੍ਹਨ ਸੁਣਨ ਦਾ ਸਬਬ ਪ੍ਰਾਪਤ ਹੋ ਰਿਹਾ ਹੈ। ਨਹੀਂ ਤਾਂ ਇਹ ਸਾਰੀਆਂ ਜਗ੍ਹਾਵਾਂ 'ਤੇ, ਸਾਰੇ ਨਗਰਾਂ ਵਿੱਚ, ਸਾਰੀਆਂ ਸਟੇਜਾਂ 'ਤੇ ਲੜੀਵਾਰ ਕਥਾ ਭਾਈ ਗੁਰਦਾਸ ਦੀਆਂ ਵਾਰਾਂ ਦੀ ਨਹੀਂ ਹੁੰਦੀ। ਕੋਈ ਵੀ ਕਥਾਕਾਰ, ਵਿਖਿਆਨਕਾਰ, ਪ੍ਰਚਾਰਕ, ਗੁਰਮੁਖ ਸੱਜਣ ਇੱਕ ਦੋ ਪੌੜੀਆਂ ਦੇ ਵਿੱਚੋਂ ਐਗਜ਼ਾਮਪਲ ਦੇ ਜਾਂਦਾ ਹੈ। ਅਤੇ ਭਾਈ ਸਾਹਿਬ ਜੀ ਦੀਆਂ ਵਾਰਾਂ ਜਿਹੜੀਆਂ ਨੇ ਉਹਨਾਂ ਦੀ ਇੱਕ ਇੱਕ ਪੌੜੀ, ਇੱਕ ਇੱਕ ਸਤਰ, ਇੱਕ ਇੱਕ ਬੋਲ, ਜਿੰਨੀ ਕੁ ਸਾਹਿਬ ਮਿਹਰ ਦਾ ਹੱਥ ਰੱਖ ਕੇ ਬਖਸ਼ਿਸ਼ ਕਰਦੇ ਉਹਦੇ ਮੁਤਲਕ ਆਪਾਂ ਸਤਿਗੁਰੂ ਦੀ ਰਹਿਮਤ ਦੇ ਸਦਕਾ ਉਹਨਾਂ ਵਿੱਚ ਵਾਰਾਂ ਦੀ ਸੰਖੇਪ ਰੂਪ 'ਚ ਵਿਚਾਰ ਕਰਦੇ ਆ ਰਹੇ ਹਾਂ। ਭਾਈ ਸਾਹਿਬ ਇਸ 23ਵੀਂ ਵਾਰ ਦੇ ਅੰਦਰ ਕਿਰਪਾ ਕਰ ਰਹੇ ਨੇ। ਕਹਿੰਦੇ ਲੋਕ ਵੇਦ ਸੁਣ ਆਖੁਦਾ। ਦੁਨੀਆਦਾਰ ਲੋਕ ਜਿਹੜੇ ਨੇ ਤੇ ਵੇਦ ਉਹਨਾਂ ਨੂੰ ਸੁਣ ਸੁਣ ਕੇ ਆਖਦੇ ਨੇ, ਕੁਝ ਕਹਿੰਦੇ ਨੇ ਕਿ ਔਰ ਕਹਿੰਦੇ ਬਈ ਉਹ ਰੱਬ ਦੀ ਬਾਬਤ ਸੁਣ ਸੁਣ ਗਿਆਨੀ ਗਿਆਨ ਵਖਾਣੇ। ਕੋਈ ਪੜ੍ਹਦਾ, ਕੋਈ ਉਹਨੂੰ ਸੁਣਦਾ, ਅਤੇ ਸੁਣ ਸੁਣ ਕੇ ਅੱਗੇ ਗਿਆਨ ਦੀਆਂ ਗੱਲਾਂ ਜਿਹੜੀਆਂ ਨੇ ਉਹਦਾ ਵਿਖਿਆਨ ਕਰਦੇ ਨੇ, ਉਹ ਦੂਸਰਿਆਂ ਨੂੰ ਦੱਸਦੇ। ਔਰ ਕੁਝ ਲੋਕਾਂ ਦੇ ਵਿੱਚੋਂ ਗੱਲਾਂ ਸੁਣੀਆਂ, ਕੁਝ ਗ੍ਰੰਥਾਂ ਦੇ ਵਿੱਚੋਂ ਪੜ੍ਹੀਆਂ ਔਰ ਵੇਦਾਂ 'ਚੋਂ ਸੁਣੀਆਂ, ਉਹਨਾਂ ਨੂੰ ਸੁਣ ਸੁਣ ਕੇ, ਸੁਣ ਲੋਕਾਂ ਤੋਂ, ਸੁਣ ਵੇਦਾਂ 'ਚੋਂ ਸੁਣ ਸੁਣ ਕੇ, ਔਰ ਉਹ ਜਿਹੜੇ ਗਿਆਨੀ ਜਾਨਿਆਨਾ ਗਿਆਨਵਾਨ ਨੇ ਉਹ ਅੱਗੇ ਵਖਾਣੇ ਵਿਖਿਆਨ ਪਏ ਕਰਦੇ ਨੇ। ਭਾਈ ਗੁਰਦਾਸ ਸਾਹਿਬ ਕਹਿੰਦੇ ਸੁਰਗ ਲੋਕ ਸਨ ਮਾਤ ਲੋਕ। ਕਹਿੰਦੇ ਸਵਰਗ ਲੋਕ ਤੋਂ ਲੈ ਕੇ ਤੇ ਸਨ ਸਮੇਤ ਮਾਤ ਲੋਕ। ਮਾਤ ਲੋਕ ਜਿੱਥੇ ਆਪਾਂ ਰਹਿ ਰਹੇ ਨੂੰ ਮਾਤ ਲੋਕ ਦੀ ਧਰਤੀ ਕਹਿੰਦੇ ਆ। ਇਹ ਮਾਤ ਲੋਕ ਦੇ ਸਮੇਤ ਤੇ ਸਵਰਗ ਦੇ ਸਮੇਤ ਕਹਿੰਦੇ ਸੁਣ ਸੁਣ ਸਾਤ ਪਤਾਲ ਨਾ ਜਾਣੇ। ਸੁਣਦੇ ਨੇ, ਸੁਣ ਸੁਣ ਕੇ ਜਿਹੜੇ ਸੱਤ ਪਤਾਲ ਮੰਨੇ ਹੋਏ ਆ ਨਾ ਗ੍ਰੰਥਕਾਰਾਂ ਨੇ ਔਰ ਸਨਾਤਨੀ ਮਤ ਨੇ, ਕਿਉਂਕਿ ਗੁਰਮਤਿ ਨੇ ਤਾਂ ਲੱਖਾਂ ਪਤਾਲ ਲੱਖਾਂ ਆਗਾਸ ਮੰਨੇ ਨੇ। ਇਹ ਸਨਾਤਨੀਆਂ ਦੀ ਗੱਲ ਕਰ ਰਹੇ ਨੇ ਬਈ ਉਹ ਕੀ ਕਰਦੇ ਨੇ। ਕਹਿੰਦੇ ਜਿਹੜੇ ਸੱਤ ਪਤਾਲ ਉਹਨਾਂ ਸੁਣ ਸੁਣ ਕੇ ਮੰਨੇ ਆ ਨਾ ਜਾਣੇ, ਕੇਵਲ ਇੱਕ ਦੂਜੇ ਨੂੰ ਆਖੀ ਹੀ ਜਾਂਦੇ ਨੇ। ਇਹ ਨਹੀਂ ਪਤਾ ਸੱਤ ਪਤਾਲ ਕਿਹੜੇ ਕਿਹੜੇ ਨੇ, ਉਹਨਾਂ ਵਿੱਚ ਕਿਹੋ ਜਿਹੀ ਦੁਨੀਆ ਵਸਦੀ, ਕਿਹੋ ਜਿਹਾ ਵਰਤਾਰਾ ਵਰਤਦਾ, ਇਹਦੇ ਬਾਰੇ ਕੋਈ ਪਤਾ ਨਹੀਂ। ਨਾ ਜਾਣੇ ਭੂਤ ਭਵਿੱਖ ਨਾ ਵਰਤਮਾਨ। ਭੂਤ ਬਤੀਤ ਹੋ ਚੁੱਕਾ ਸਮਾਂ, ਭਵਿੱਖ ਆਉਣ ਵਾਲਾ ਸਮਾਂ, ਅਤੇ ਵਰਤਮਾਨ ਜਿਹਦੇ ਵਿੱਚ ਵਰਤ ਰਹੇ। ਇਹ ਵਰਤਮਾਨ ਹੈ ਜਿਹਦੇ ਵਿੱਚ ਆਪਾਂ ਬੈਠੇ। ਔਰ ਭੂਤ ਕਾਲ ਜਿਹੜਾ ਬਚਪਨਾ ਗੁਜ਼ਰ ਗਿਆ, ਲੰਘ ਗਿਆ, ਬਤੀਤ ਹੋ ਚੁੱਕਾ, ਸਾਡੇ ਹੱਥ ਵਿੱਚ ਨਹੀਂ। ਅਤੇ ਜਿਹੜਾ ਭਵਿੱਖਤ ਕਾਲ ਆਉਣ ਵਾਲਾ ਸਮਾਂ, ਉਹਦਾ ਪਤਾ ਕੋਈ ਨਹੀਂ ਆਉਣਾ ਹੈ ਕਿ ਨਹੀਂ ਆਉਣਾ। ਅਤੇ ਕਹਿਣ ਲੱਗੇ ਵਰਤਮਾਨ ਜਿਹੜਾ ਸਾਡੇ ਕੋਲ ਸਰੀਰ ਬਚਿਆ ਹੋਇਆ ਜੇ ਜਿੰਦਾ ਹੈ, ਇਹਨੂੰ ਸਵਾਰ। ਕਹਿਣ ਲੱਗੇ ਭੂਤ ਕਾਲ ਜਿਹੜਾ ਸਵਾਸ ਸਾਡਾ ਨਸ਼ਟ ਹੋ ਗਿਆ, ਜਿਹੜਾ ਸਾਹ ਅਸੀਂ ਅੰਦਰੋਂ ਲੈ ਲਿਆ ਹੈ ਨਾ, ਉਹ ਬਾਹਰ ਆਇਆ ਅਤੇ ਉਹ ਸਵਾਸ ਖਤਮ ਹੋ ਜਾਂਦਾ, ਉਹੀ ਪਰਤ ਕੇ ਨਹੀਂ ਆਉਂਦਾ, ਨਵਾਂ ਸਵਾਸ ਆਉਂਦਾ। ਉਹ ਸਵਾਸ ਜਿਹੜਾ ਖਤਮ ਹੋ ਗਿਆ, ਬਤੀਤ ਹੋ ਗਿਆ, ਅਤੇ ਜਿਹੜਾ ਭਵਿੱਖਤ ਅਜੇ ਸਵਾਸ ਨਾਭੀ ਤੋਂ ਉੱਠਿਆ ਹੀ ਨਹੀਂ, ਉਹਦਾ ਕੀ ਪਤਾ ਆਉਣਾ ਕਿ ਨਹੀਂ ਆਉਣਾ। ਮਤ ਕੇ ਜਾਪੇ ਸਾਹੋ ਆਵੇ ਕਿ ਨਾ ਆਵੇ ਰਾਮ। ਇਸ ਕਰਕੇ ਰੱਬ ਨੂੰ ਜਪਣ ਲੱਗਿਆ ਢਿੱਲ ਨਾ ਕਰ। ਮਹਾਰਾਜ ਸਾਹਿਬ ਕਹਿੰਦੇ ਹਰ ਜਪਦੇ ਆਖਿਨ ਢਿੱਲ ਨਾ ਕੀਚਾਈ ਮੇਰੀ ਜਿੰਦੜੀਏ।
ਮਤ ਕੇ ਜਾਪੈ ਸਹੁ ਆਵੈ ਕੇ ਨਾ ਆਵੈ ਰਾਮ। ਕਹਿੰਦੇ ਜਿਹੜਾ ਅਜੇ ਨਾਭੀਓਂ ਸਵਾਸ ਉੱਠਿਆ ਹੀ ਨਹੀਂ, ਜਿਹਦੀ ਆਸ ਹੈ ਬਈ ਸਵਾਸ ਆਵੇਗਾ, ਉਹਦਾ ਕੀ ਪਤਾ ਨਾ ਆਵੇ। ਤੇ ਉਹ ਆ ਭਵਿੱਖਤ, ਜਿਹੜਾ ਅਜੇ ਨਾਭੀਓਂ ਉੱਠਿਆ ਹੀ ਨਹੀਂ, ਜਿਹਦੀ ਆਸ ਹੈ। ਤੇ ਸਾਡੇ ਕੋਲ ਵਰਤਮਾਨ ਹੈ ਜਿਹੜਾ ਸਵਾਸ ਚੱਲ ਰਿਹਾ ਹੈ, ਬਾਹਰ ਅੰਦਰੋਂ ਬਾਹਰ ਨਿਕਲ ਰਿਹਾ ਹੈ ਨਾ, ਉਹ ਸਾਡੇ ਪੱਲੇ ਆ, ਉਹ ਸਾਡਾ ਵਰਤਮਾਨ ਹੈ। ਜੇ ਸਾਹ ਆ ਗਿਆ ਤਾਂ ਆਦਮੀ, ਨਹੀਂ ਤਾਂ ਲਾਸ਼। ਮਹਾਰਾਜ ਗੁਰੂ ਨਾਨਕ ਸਾਹਿਬਾਂ ਬਚਨ ਕਰਦੇ, ਹਮ ਆਦਮੀ ਹਾਂ ਏਕ ਦਮੀ, ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵੋ, ਜਾ ਕੇ ਜੀ ਪੁਰਾਣਾ। ਮਹਾਰਾਜ ਕਹਿੰਦੇ ਬੇਨਤੀ ਹੈ ਬਈ ਉਹਨੂੰ ਸਿਮਰੋ, ਉਹਨੂੰ ਯਾਦ ਕਰੋ ਜਿਹਨੇ ਤੁਹਾਨੂੰ ਪ੍ਰਾਣਾਂ ਦਾ ਦਾਨ ਦਿੱਤਾ ਹੋਇਆ। ਉਹ ਜਿਹੜਾ ਸਮਾਂ ਭੂਤ ਭਵਿੱਖ ਤੇ ਨਾ ਵਰਤਮਾਨ, ਇਹਨਾਂ ਦੀ ਵੀ ਜਾਣਕਾਰੀ ਕੋਨੀ। ਆਦ ਮੱਧ ਅੰਤ ਹੋਈ ਹੈਰਾਨੇ, ਆਦ ਸ਼ੁਰੂਆਤ ਜੁਗਾਂ ਜਗੰਤਰਾਂ ਤੋਂ ਮੱਧ, ਜਿੱਥੇ ਇੱਕ ਵਰਤ ਰਹੇ ਹਾਂ, ਤੇ ਅੰਤ ਪਤਾ ਨਹੀਂ ਕਦੋਂ ਹੋਵੇਗਾ। ਨਾ ਇਹਦੀ ਸ਼ੁਰੂਆਤ ਦਾ ਪਤਾ ਸੰਸਾਰ ਦੀ, ਇਹਦੇ ਮੱਧ ਭਾਗ ਦਾ ਵੀ ਨਹੀਂ ਪਤਾ। ਮੱਧ ਭਾਗ ਤਾਂ ਅੱਧ ਤਾਂ ਮਿਣਾਂਗੇ ਨਾ ਜੇ ਉਹਦੀ ਸ਼ੁਰੂਆਤ ਦਾ ਪਤਾ ਹੋਵੇ। ਤੇ ਜੇ ਉਹਦੀ ਸ਼ੁਰੂਆਤ ਦਾ ਪਤਾ ਲੱਗ ਗਿਆ, ਮੱਧ ਦਾ ਅੱਧ ਦਾ ਪਤਾ ਲੱਗ ਗਿਆ, ਤੇ ਇੱਥੋਂ ਸਿੱਧਾ ਹੀ ਅੰਦਾਜ਼ਾ ਲੱਗ ਗਿਆ ਅੱਧਾ ਅੱਗੇ ਰਹਿ ਗਿਆ, ਫੇਰ ਹੀ ਅੰਤ ਤੱਕ ਪਹੁੰਚਾਂਗੇ। ਇਹਦੇ ਵਿੱਚੋਂ ਕੋਈ ਨਹੀਂ ਜਾਣਦਾ। ਆਪਣੇ ਜੀਵਨ ਦਾ ਆਦ ਵਿੱਚ ਵੀ ਪਰਮਾਤਮਾ ਨੂੰ ਨਹੀਂ ਸਿਮਰਿਆ, ਤੇ ਮੱਧ ਭਾਗ ਜਿਹੜੀ ਜਵਾਨੀ ਆ ਇਹਦੇ ਵਿੱਚ ਵੀ ਨਹੀਂ ਯਾਦ ਕੀਤਾ। ਤੇ ਜਿਹੜਾ ਅੰਤ ਹੋਏ ਹੈਰਾਨੇ, ਅੰਤਲਾ ਸਮਾਂ ਆਉਣਾ ਹੈ ਜਦੋਂ ਮੰਜੀ ਤੇ ਡਿੱਗ ਬਹਿਣਾ ਹੈ, ਜਦੋਂ ਨੈਨੋ ਨੀਰ ਬਹਿ ਤਨਖੀਨਾ ਭਏ, ਕੇਸ ਦੁੱਧਵਾਨੀ ਰੁੱਧਾ ਕੰਠ ਸ਼ਬਦ ਨਹੀਂ ਉਚਰੈ, ਆਪ ਕਿਆ ਕਰਹਿ ਪੁਰਾਨੀ। ਉਦੋਂ ਕੀ ਕਰੇਗਾ ਜਦੋਂ ਵਡਾਪੇ ਨੇ ਆ ਕੇ ਤੈਨੂੰ ਗਰਸ ਲਿਆ। ਕਹਿ ਲੱਗੇ ਉਦੋਂ ਹੋਏ ਹੈਰਾਨੇ, ਉਦੋਂ ਹੈਰਾਨਗੀ ਛਾ ਜਾਂਦੀ, ਪੱਲੇ ਕੁਝ ਨਹੀਂ ਰਹਿੰਦਾ। ਕਹਿਣ ਲੱਗੇ ਉਦੋਂ ਹੈਰਾਨ ਹੋ ਜਾਂਦਾ, ਸਾਰਾ ਕੁਝ ਲੰਘ ਗਿਆ, ਇਹਦਾ ਅੰਤ ਕੋਈ ਨਹੀਂ। ਵੱਡੇ ਵੱਡੇ ਗਿਆਨੀ ਜਿਹੜੇ ਆ ਅੰਤ ਪਾਉਂਦੇ ਰਹਿ ਗਏ, ਪੱਲੇ ਕੁਝ ਨਾ ਪਿਆ। ਉੱਤਮ ਮੱਧਮ ਨੀਚ ਹੋਏ, ਕੋਈ ਉਤਕ੍ਰਿਸ਼ਟ ਚੰਗਾ, ਕੋਈ ਵਿਚਲਾ ਜਿਹਾ ਮੇਲ, ਮੀਡੀਅਮ ਜਿਹਾ ਸਹਿਜ, ਤੇ ਕੋਈ ਜਿਹੜਾ ਨੀਚ ਅੱਤ ਦਾ, ਨੀਵੇਂ ਦਰਜੇ ਦਾ। ਕਹਿੰਦੇ ਹੋ ਕੇ ਸਮਝ ਨਾ ਸਕਣ ਚੋਜ ਵਡਾਣੇ, ਇਹਨਾਂ ਵਿੱਚੋਂ ਕੋਈ ਵੀ ਪਰਮਾਤਮਾ ਦੇ ਵੱਡੇ ਚੋਜਾਂ ਨੂੰ, ਕੌਤਕਾਂ ਨੂੰ ਨਹੀਂ ਜਾਣ ਸਕਦਾ ਬਈ ਉਹਦੇ ਕੌਤਕ ਕਿਉਂ ਜਾਏ। ਮਹਾਰਾਜ ਦੇ ਬਚਨਾਂ ਨੂੰ ਕਹਿੰਦੇ, ਰਜ ਗੁਣ ਤਮ ਗੁਣ ਆਖੀਐ, ਸਤਗੁਣ ਸੁਣ ਆਖਾਂ ਨੂੰ ਵਖਾਣੇ। ਰਜੋ ਗੁਣ, ਤਮੋ ਗੁਣ ਕਈ ਦੇ ਨੇ, ਤੇ ਸਤੋ ਗੁਣ, ਔਰ ਇਹਨਾਂ ਨੂੰ ਸੁਣ ਆਖਾਂ ਨੂੰ ਵਖਾਣੇ। ਆਖਾਣ ਮੁਹਾਵਰੇ ਪਾ ਪਾ ਕੇ ਐਉਂ ਉਹਨੂੰ ਵਖਾਣੇ, ਉਹਦਾ ਵਖਿਆਨ ਅੱਗੇ ਕਰਦੇ ਨੇ, ਜੀਵਨ ਵਿੱਚ ਧਾਰਨ ਕੋਈ ਨਹੀਂ ਕੀਤਾ। ਮਹਾਰਾਜ ਕਹਿੰਦੇ, ਮਾਨ ਬਚ ਕਰਮ ਸੇ ਭਰਮ ਦੇ, ਜਿਨ੍ਹਾਂ ਨੇ ਕੇਵਲ ਅੱਗੇ ਤੋਂ ਅੱਗੇ ਹੀ ਪਰੋਸਿਆ, ਆਪਣੇ ਕੋਲ ਕੁਝ ਨਾ ਰੱਖਿਆ, ਜੀਵਨ 'ਚ ਕਮਾਇਆ ਕੁਝ ਨਾ, ਜੀਵਨ 'ਚ ਬਦਲਾਓ ਕੁਝ ਨਾ ਲਿਆਂਦਾ। ਭਾਈ ਗੁਰਦਾਸ ਸਾਹਿਬ ਕਹਿੰਦੇ, ਮਨ ਬਚ ਬਚਨ ਤੇ ਕਰਮ ਕਰਨੀ ਆਚਰਨ, ਕਹਿੰਦੇ ਸੇ ਪਰਮਾਣੇ ਸਾਰੇ ਭਟਕਦੇ ਹੀ ਫਿਰਦੇ, ਭਰਮ ਵਿੱਚ ਹੀ ਫਿਰਦੇ ਨੇ, ਭਰਮ ਹੀ ਭਰਮ ਰਹਿ ਗਿਆ। ਸਾਧ ਸੰਗਤ ਸਤਿਗੁਰ ਨਾ ਸਿਆਣੇ, ਇਹਨਾਂ ਵਿੱਚੋਂ ਸਾਧ ਸੰਗਤ ਵਿੱਚ ਆ ਕੇ ਸਤਿਗੁਰੂ ਦੀ ਸਿਆਣ ਪਹਿਚਾਨ ਕੋਈ ਵਿਰਲਾ ਹੀ ਕਰਦਾ, ਇਹਨਾਂ 'ਚੋਂ ਕੋਈ ਨਹੀਂ ਕਰਦਾ। ਫੱਕੜ ਹਿੰਦੂ ਮੁਸਲਮਾਨ, ਕਹਿੰਦੇ ਦੋਨੇ ਦੇ ਦੋਨੇ ਹੀ ਨਾ, ਜਿਹੜੇ ਫੱਕੜ ਔਰ ਐਵੇਂ ਹੀ ਕਲਪਤ ਹੀ ਗਪੌੜੇ ਮਾਰਦੇ ਨੇ, ਕਲਪਤ ਹੀ ਗੱਲਾਂ ਕਰਦੇ ਨੇ, ਫਜ਼ੂਲ ਹੀ ਗੱਲਾਂ ਕਰਦੇ ਨੇ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਏ, ਦੋਵੇਂ ਰੋਂਦੇ ਨੇ ਔਰ ਅਮਲ ਨਹੀਂ ਸ਼ੁਭ ਕੀਤੇ। ਔਰ ਮਹਾਰਾਜ ਕਹਿੰਦੇ, ਫਰੀਦਾ ਹੈ ਅਮਲ ਜੇ ਕੀਤੇ ਦੁਨੀ ਵਿੱਚ, ਦਰਗਹਿ ਆਵਹਿ ਕੰਮ। ਜੇ ਅਮਲ ਚੰਗੇ ਕੀਤੇ ਆ ਨਾ, ਦਰਗਾਹ ਵਿੱਚ ਕੰਮ ਆਉਣਗੇ। ਮੰਦੇ ਅਮਲ ਕਰੇਂਦਿਆਂ ਸਜਾਏ ਤੇ ਨਾਹ, ਉਹਨਾਂ ਨੂੰ ਸਜ਼ਾਵਾਂ ਮਿਲਦੀਆਂ ਨੇ ਜਿਹੜੇ ਮੰਦੇ ਅਮਲ ਕਰਦੇ ਨੇ।
ਮੰਦੇ ਕਰਮ ਕਰਦੇ, ਜੀਵਨ ਵਿੱਚ ਮੰਦਾ ਕਮਾਉਂਦੇ ਕਾਰ ਕਰਦੇ ਨੇ, ਉਹਨਾਂ ਨੂੰ ਸਜ਼ਾਵਾਂ ਮਿਲਦੀਆਂ ਨੇ, ਸੁੱਖ ਨਹੀਂ, ਸੁਵਿਧਾਵਾਂ ਨਹੀਂ। ਭਾਈ ਗੁਰਦਾਸ ਸਾਹਿਬ ਕਹਿੰਦੇ ਦੋਨੇ ਧੜੇ ਜਿਹੜੇ ਆਪਸ ਨੂੰ ਚੰਗਾ ਕਹਾਉਣ ਤੇ ਤੁਲ ਗਏ, ਪਰ ਪੱਲੇ ਦੋਨਾਂ ਦੇ ਕੁਝ ਨਾ ਪਿਆ। ਭਾਈ ਗੁਰਦਾਸ ਸਾਹਿਬ ਅਗਲੀ ਪੌੜੀ ਵਿੱਚ ਕਹਿੰਦੇ ਨੇ, ਕਹਿੰਦੇ ਸਤਜੁਗ ਇੱਕ ਵਿਗਾੜਦਾ, ਤਿਸ ਪਿੱਛੇ ਪਰਦੇਸ ਪੀੜਾ। ਕਹਿੰਦੇ ਲੋਕ ਕਹਿੰਦੇ ਬਈ ਸਤਜੁਗ ਬੜਾ ਚੰਗਾ ਸੀ, ਦੁਆਪਰ ਬੜਾ ਚੰਗਾ ਸੀ, ਤ੍ਰੇਤਾ ਬੜਾ ਚੰਗਾ ਸੀ। ਕਹਿੰਦੇ ਸੁਣ ਲਓ ਕਿੰਨਾ ਚੰਗਾ ਸੀ। ਕਲਯੁਗ ਨੂੰ ਜਿਹਦੀ ਜ਼ਬਾਨ ਤੇ ਵੇਖ ਲਓ ਉਹ ਹੀ ਮਾੜਾ ਕਹੀ ਜਾਂਦਾ, ਬਈ ਬੜਾ ਮਾੜਾ ਕਲਯੁਗ ਆ ਭਾਈ, ਕੀ ਕਰੀਏ। ਕਲਯੁਗ ਦਾ ਸਮਾਂ ਆ ਗਿਆ, ਜਵਾਕ ਵਿਗੜ ਗਏ ਔਰ ਕਾਰੋਬਾਰ ਵਿਗੜ ਗਏ, ਹੋਰ ਹੀ ਕੰਮ ਚੱਲ ਪਏ, ਕਲਯੁਗ ਆ ਗਿਆ। ਧਿਆਨ ਦਿਆ ਜੇ ਥੋੜਾ ਜਿਹਾ ਵੀ ਕਿਹੜਾ ਯੁੱਗ ਚੰਗਾ। ਭਾਈ ਗੁਰਦਾਸ ਸਾਹਿਬ ਦੱਸ ਰਹੇ ਨੇ, ਕਹਿੰਦੇ ਸਤਜੁਗ ਇੱਕ ਵਿਗਾੜਦਾ। ਕਹਿੰਦੇ ਸਤਜੁਗ ਦੇ ਵਿੱਚ ਨਾ ਕੋਈ ਇੱਕ ਵਿਗਾੜ ਕਰੇ, ਇੱਕ ਕੰਮ ਵਿਗਾੜ ਦੇ, ਕੋਈ ਗਲਤੀ ਕਰੇ, ਗੁਸਤਾਖੀ ਕਰ ਦੇਵੇ ਆਪਣੇ ਜੀਵਨ 'ਚ ਇੱਕ ਆਦਮੀ, ਤਿਸ ਪਿੱਛੇ ਪਰਦੇਸ ਪੀੜਾ ਹੈ, ਉਹਦੇ ਪਿੱਛੇ ਸਾਰਾ ਦੇਸ਼ ਮਾਰ ਦਿੱਤਾ ਜਾਂਦਾ ਸੀ। ਬਈ ਇਸ ਦੇਸ਼ ਦੇ ਵਿੱਚ ਇੱਕ ਗੁਨਾਹਕਾਰੀ ਉਪਜੇ ਹੈ ਤੇ ਸਾਰੇ ਦੇਸ਼ ਨੂੰ ਖਤਮ ਕਰ ਦਿਓ। ਇਸ ਨੂੰ ਦੱਸੋ ਬਈ ਸਤਜੁਗ ਕਿੱਡਾ ਚੰਗਾ ਸੀ। ਹੁਣ ਉਹਦੇ ਵਿੱਚ ਚੰਗੇ ਆਦਮੀ ਵੀ ਸਾਰੇ ਦੇਸ਼ 'ਚ ਹੁੰਦੇ ਨੇ, ਦਾਨੀ ਵੀ, ਪੁੰਨੀ ਵੀ, ਜਪਣ ਵਾਲੇ ਵੀ। ਉਦੋਂ ਦਾ ਨਿਆਂ ਇਹ ਸੀ, ਇੱਕ ਨੇ ਗੁਨਾਹ ਇੱਕ ਨੇ ਕੀਤਾ ਤੇ ਦੂਜਿਆਂ ਵਿਚਾਰਿਆਂ ਤੋਂ ਕੀ ਗੁਨਾਹ ਹੋਇਆ ਬਈ। ਸਾਰੇ ਦੇਸ਼ ਤੋਂ, ਉੱਥੋਂ ਦੇ ਜਵਾਕ ਗੱਲੇ ਤੋਂ, ਉੱਥੋਂ ਦੇ ਧਾਰਮਿਕ ਅਧਾਰਮਿਕ ਲੋਕਾਂ ਤੋਂ, ਬਾਕੀਆਂ ਨੇ ਤੇ ਗੁਨਾਹ ਨਹੀਂ ਨਾ ਕੀਤਾ। ਕਹਿੰਦੇ ਇੱਕ ਨੇ ਗੁਨਾਹ ਕੀਤਾ, ਸਤਜੁਗ ਦੇ ਵਿੱਚ ਸਾਰਾ ਦੇਸ਼ ਮਾਰ ਦਿੱਤਾ ਗਿਆ। ਤੇ ਅੱਗੇ ਕਹਿੰਦੇ ਨੇ ਤਰੇਤੇ ਨਗਰੀ ਵਗਲੀ ਹੈ। ਔਰ ਕਹਿੰਦੇ ਜਦੋਂ ਤ੍ਰੇਤਾ ਯੁੱਗ ਆਇਆ, ਜਿਹਨੂੰ ਤ੍ਰੇਤੇ ਦੇ ਅਵਤਾਰ ਰਾਮਚੰਦਰ ਜੀ ਹੋਏ, ਕਹਿ ਲੱਗੇ ਬਈ ਤਰੇਤੇ ਵਿੱਚ ਕੀ ਸੀ, ਗੁਨਾਹ ਇੱਕ ਨੇ ਕੀਤਾ ਤੇ ਜਿਹੜਾ ਸੀ ਨਾ ਨਗਰੀ ਵਗਲੀਏ, ਵਗਲ ਮਾਰਨਾ ਆਪਾਂ ਕਹਿੰਦੇ ਨਾ, ਵਗਲ ਮਾਰਤਾ ਵਾਲੇ ਉਦਾਲੇ। ਤੇ ਉਹਨਾਂ ਨੇ ਕੀ ਕਰਨਾ, ਗੁਨਾਹ ਇੱਕ ਦਾ ਉਹਨਾਂ ਸਾਰੀ ਨਗਰੀ ਘੇਰ ਲੈਣੀ, ਜਾਂ ਉਹਨੂੰ ਕੁੱਟ ਕੇ ਕੈਦੀ ਬਣਾ ਕੇ ਸਦਾ ਲਈ ਅੰਦਰ ਸਿੱਟ ਦੇਣਾ, ਨਹੀਂ ਤੇ ਉਹਨਾਂ ਨੂੰ ਮਾਰ ਦੇਣਾ ਸਾਰਿਆਂ ਨੂੰ। ਇੱਕ ਨਗਰੀ, ਉਹ ਨਗਰ ਹੀ ਸਾਰੇ ਨੂੰ ਖਤਮ ਕਰ ਦੇਣਾ ਜਿਸ 'ਚ ਇੱਕ ਤੋਂ ਗੁਨਾਹ ਹੋਣਾ। ਤੇ ਅੱਗੇ ਭਾਈ ਗੁਰਦਾਸ ਸਾਹਿਬ ਕਹਿੰਦੇ ਦੁਆਪਰ ਵੰਸੋ ਨਰਕ ਸੁਮਾਏ। ਯੁੱਗ ਦੁਆਪਰ ਆ ਗਿਆ, ਜਿਹਦੇ ਅਵਤਾਰੀ ਮਹਾਂਪੁਰਸ਼ ਹੋਏ ਸ੍ਰੀ ਕ੍ਰਿਸ਼ਨ ਜੀ। ਉਸ ਯੁੱਗ ਦੁਆਪਰ ਦੇ ਵਿੱਚ ਕਹਿੰਦੇ ਗੁਨਾਹ ਇੱਕ ਨੇ ਕਰਨਾ ਤੇ ਸਾਰੀ ਦੀ ਸਾਰੀ ਜਿਹੜੀ ਆ ਨਾ, ਔਰ ਉਹ ਵੰਸ਼, ਜਿਹੜੀ ਵੰਸ਼ ਦੇ ਵਿੱਚ ਔਰ ਕਿਸੇ ਨੇ ਜਨਮ ਲਿਆ ਨਾ, ਉਹ ਸਾਰੀ ਦੀ ਸਾਰੀ ਖਤਮ ਕਰ ਦਿੱਤੀ ਜਾਣੀ, ਮਾਰ ਦਿੱਤੀ ਜਾਣੀ। ਕ੍ਰਿਸ਼ਨ ਦੀ ਵੰਸ਼ ਵੀ ਐਉਂ ਹੀ ਗਈ। ਔਰ ਮੁੰਡਿਆਂ ਨੇ ਮਿਲ ਕੇ ਦਰਬਾਸਾ ਰਿਸ਼ੀ ਨਾਲ ਮਖੌਲ ਕੀਤਾ। ਮਖੌਲ, ਦਰਬਾਸਾ ਰਿਸ਼ੀ ਸੀ, ਬੜਾ ਕ੍ਰੋਧੀ ਸੀ, ਔਰ ਉਹਦੇ ਪੇਟ ਤੇ ਬੰਨ੍ਹ ਕੇ ਔਰ ਜਿਹੜਾ ਇੱਕ ਮੁੰਡੇ ਦੇ ਲੋਹੇ ਦਾ ਬਾਟਾ ਤੇ ਉਹਨੂੰ ਇਸਤਰੀਆਂ ਵਾਲੇ ਕੱਪੜੇ ਪਵਾ ਕੇ ਦਰਬਾਸਾ ਰਿਸ਼ੀ ਕੋਲ ਚਲੇ ਗਏ। ਕਹਿ ਲੱਗੇ ਰਿਸ਼ੀ ਜੀ ਦੱਸੋ ਇਹਦੇ ਪੇਟ ਤੋਂ ਕੌਣ ਪੈਦਾ ਹੋਵੇਗਾ, ਬੱਚਾ ਜਾਂ ਬੱਚੀ? ਤੇ ਰਿਸ਼ੀ ਨੇ ਕਿਹਾ ਬੱਚਿਓ ਜਾਓ ਖੇਡੋ ਮੱਲੋ। ਰਿਸ਼ੀਆਂ ਨਾਲ ਮਸ਼ਕਰੀਆਂ ਨਹੀਂ ਕਰੀਦੀਆਂ, ਚੰਗੀਆਂ ਨਹੀਂ ਹੁੰਦੀਆਂ। ਤੇ ਵਿਦਵਾਨ ਵੀ ਆਂਦੇ ਸੰਤਨ ਸੇਤੀ ਮਸ਼ਕਰੀ ਕੁੱਲ ਡੋਬਣ ਕੀ ਰੀਤ। ਕਦੇ ਕਿਸੇ ਸਾਧੂ ਮਹਾਤਮਾ ਨਾਲ ਮਸ਼ਕਰੀ ਮਖੌਲਬਾਜ਼ੀ ਨਾ ਕਰੇ, ਭੁੱਲ ਕੇ ਵੀ ਇਹ ਗੁਸਤਾਖੀ ਨਾ ਕਰੇ। ਪਤਾ ਨਹੀਂ ਉਹਨੇ ਕੀ ਬਚਨ ਕਰ ਦੇਣਾ ਤੇ ਕਿੱਧਰ ਨੂੰ ਕੀ ਕਰ ਦੇਣਾ। ਉਹ ਨਾ ਹਟੇ, ਜਿਹੜੇ ਜਾਦਵ ਕੁੱਲ ਸੀ ਇਹਦੀ ਸ੍ਰੀ ਕ੍ਰਿਸ਼ਨ ਦੀ। ਔਰ ਕਹਿਣ ਲੱਗੇ ਬਈ ਜਦੋਂ ਨਾ ਹਟੇ ਨਾ, ਉਹਨੂੰ ਸਤਾਈ ਗਏ ਤੇ ਦਰਬਾਸਾ ਰਿਸ਼ੀ ਕਹਿੰਦਾ ਇਹਦੇ ਪੇਟ ਤੋਂ ਉਹ ਜਨਮ ਜਿਹੜਾ ਤੁਹਾਡੀ ਕੁੱਲ ਦਾ ਨਾਸ਼ ਕਰੂ। ਹੁਣ ਗੁਨਾਹ ਤਾਂ ਉਹਨਾਂ ਦੋ ਕਦਾ ਹੀ ਸੀ। ਔਰ ਦੁਆਪਰ ਜਿਹੜਾ ਸੀ ਵੰਸ਼ ਕੀਤੀ, ਔਰ ਵੰਸ਼ ਜਿਹੜੀ ਸੀ ਸੋ ਨਰਕ ਸਮਾਏ, ਨਰਕਾਂ ਨੂੰ ਭੇਜ ਦਿੱਤੀ। ਹੋਇਆ ਕਿ ਉਹਨਾਂ ਡਰਦਿਆਂ ਨੇ ਫਿਰ ਕਹਿੰਦੇ ਨਦੀ ਦੇ ਕਿਨਾਰੇ ਜਾ ਕੇ ਉਹ ਬਾਟਾ ਰਗੜਿਆ ਤੇ ਉਹ ਬਾਟਾ ਜਿਹੜਾ ਸੀ ਉਹ ਬਣ ਕੇ ਕਿਤੇ ਅੱਗੇ ਜਾਦਵਾਂ ਦੇ ਮੁੰਡਿਆਂ ਨੇ
शराबां कवाबां पीतियां, आपस लड़ पे, ते दब जी हुंदी ना कई जी जिथे पानी होवे मोटी मोटी, वो मार मार के मर गए सिखां दी तरह उत्थे। उन्हां चों इक्को बचिया ये यादव वंश का जिहड़ा सी श्री कृष्ण, ते जिहड़ा वो बाटा पेट तो घसाउंदियां टुकड़ा रह गया जी, सिटता मच्छी ने निगल लिया। मच्छी दे बागो फंदक ने पकड़ी तो उन्हें वेख्या लोहा बड़ा तिखा, ने तीर दी मुखी अगे ला लिया। ते और भाई गुरदास साहब ने बचन किते, जाए सुता प्रभास विच गोडे उपर पाए पुसारी। प्रभास नामा जंगल सी, उहदे विच श्री कृष्ण जी जाके पए खीरले समय, ते उत्थे सी रुखां दी रमणीक जगह। ते जदों उत्थे पिया ते आया फंदक भालदा, वो जिहड़ा शिकारी सी वो शिकार नूं भालदा आया, ते दे पैर दे विच जिहड़ा और पद्म सीगा और वो चमके, ते उन्हें दूरों देखिया बई ये तां हिरन दी अख है, उन्हें तीर छड्डता। वो जाके श्री कृष्ण दे वजा वो मुखी तीर दी लाई सी जिहड़ा टुकड़ा सी। कहंदे जदों नेड़े गया जाके और चरण पकड़े, महाराज मेरे तो गलती हो गई। कहंदा नहीं ये होना ही आए सी, ये लिखत ही आए सी, ऐ ही होना सी, ये खीरला सी तीर तेरा, ते इन्हें आके मेरे लगना सी। उस तीर नाल श्री कृष्ण जी नूं शरीर संसार विचों छड्डना पिया। हुण त्रेते द्वापर नगर वंश सो नरक समाए, सारी वंश का नाश कर देंदे सन, सारी वंश का नाश होना। द्वापर युग दे विच ते 10 गुनाह एक ने कीता, ते सारी वंश का की उहदे च दोष। वो वंश विच कुछ पुन्नी भी हुंदे, कुछ जपी तपी भी हुंदे, सारे मार देने, सारे जा कैदी बना के सदा लई जेल विच सड़न लई सिट देने। कहंदे ये 3 युगां दा न्याऊ सी, और जिन्हां नूं असीं चंगे आने आ ना, ये उन्हां दा न्याय सी। और जो फेड़ै सो फड़ीदा, कहंदे जिहड़ा भी कर्म करे ना माड़ा, वो फड़ी दा पकड़िया जांदा। कलयुग सच न्याऊ कराए, कलयुग जिन्हों असी माड़ा माड़ा दी रट लाई है ना, ये चंगा है। क्यों? ਇਹਦੇ ਵਿੱਚ जे पुत्र ने गुनाह किया, ना मां नूं दोष, ना बाप नूं, ना भैन नूं, ना भाई नूं, ना अंग नूं, ना साक नूं, ਉਹਦਾ ਭੁਗਤਾਨ ਉਹਨੂੰ ਹੀ ਭੁਗਤਣਾ ਪੈਣਾ। जे भाई ने किसी ने भी किया, जिन्हें किया उन्होंने भुगतान भुगतना पैना, दूजे नूं ਉਹਦਾ लेप शेप नहीं। भाई गुरदास साहब कहते कलयुग सच्चा न्याऊ कराए, और कलयुग दे विच सच दा न्याऊ आ भी जिहड़ा करेगा वो भरेगा। दूजा क्यों ਇਹਦੇ ਵਿੱਚ आवे? हुण जरा ध्यान मार के वेखो, सतयुग त्रेता द्वापर चंगा कि कलयुग? और एक ने गुनाह किया ਉਹਦਾ हाल ਉਹਨੂੰ ही मिले, ਉਹਦਾ भुगतान उहिओ भुगते। और सतयुग सत त्रेतै जगी द्वापर पूजा चार। कहते सतयुग के अंदर सारे 7 प्रतगी ते और जेड़े सन त्रेते दे अंदर आके जग की प्रथा चल पई। सच बोलते सन, 7 प्रतगी सन सरयुग च, ते त्रेते दे विच आके जग प्रथा चल पई। एक कला उहदी चली गई, सच दूर हो गया, त्रेते तक आउंदियां केवल जग कर लो, इत्थे रह गए। ते द्वापर विच जग प्रथा भी गई, पूजा करो, पूजन ते रह गए। पूजा 4 दरड़ाए, उहदे च कल्ली पूजा ते जोर दिता गया, पूजा करो होर कुछ नहीं। ते भाई गुरदास साहब कहते कलयुग नाओ आराधना। कहते कलयुग दे विच नाम दा आराधन है, और नाम दा आराधन है। महाराज भी कहते आ बई कलयुग दा समा आ गया है, नाम जपो और नाम बोवो बोवो। एक नाम जपो, कलयुग नाओ आराधना, होर कर्म कर मुक्त ना पाए। कहते होर जिन्ने कर्म आ और तुसी भावें जग करो, भावें पूजा करो, तुहानू मुक्ति नहीं जे मिलनी जिन्हें नाम नहीं ना जपिया। नाम तो बगैर मुक्ति नहीं जे किसी दे पल्ले पैनी। नाम जपो, ਇਹਦੇ ਨਾਲ मुक्ति होनी। जुग जुग लुणीए बीजिया, पाप पुण्य कर दुख सुख पाए। कह लगे जुग जुग, जुग का ना अर्थ हुंदा है 2, ते इत्थे 2 वारी जुग जुगे, इहदा अर्थ है 4।
4 युग बन गए, 7 युग तो कल युग तक आइए। और महाराज दी बाबत कहते बई हर युग दे अंदर ਜਿਹੋ ਜਿਹਾ ਕੋਈ ਬੀਜਦਾ ਹੈ ਨਾ ਉਹੋ ਜਿਹਾ ਉਹਨੂੰ ਲੁਣੀਏ ਵੱਢਣਾ ਪੈਂਦਾ ਹੈ। ਚਾਹੇ ਉਹ ਪਾਪ ਬੀਜੇ ਤੇ ਚਾਹੇ ਉਹ ਪੁੰਨ ਬੀਜੇ, ਪਾਪ ਦਾ ਭੁਗਤਾਨ ਦੁੱਖ ਹੈ ਔਰ ਪੁੰਨ ਦਾ ਭੁਗਤਾਨ ਸੁੱਖ ਹੈ, ਉਹ ਪ੍ਰਾਪਤ ਕਰਦਾ ਹੈ। ਕਲਯੁਗ ਚਿਤਵੈ ਪੁੰਨ ਫਲ ਪਾਪੋਂ ਲੇਪ ਅਧਰਮ ਕਮਾਏ। ਕਹਿੰਦੇ ਕਲਯੁਗ ਦੇ ਵਿੱਚ ਆ ਕੇ ਚਿਤਵਦਾ ਹੈ ਪੁੰਨ ਫਲ, ਪੁੰਨਾਂ ਦਾ ਫਲ ਮਿਲੇ ਤੇ ਕਹਿ ਲੱਗੇ ਪਾਪੋਂ ਲੇਪ ਅਧਰਮ ਕਮਾਏ। ਤੇ ਪਾਪਾਂ ਦੇ ਨਾਲ ਜਿਹੜਾ ਹੈ ਅਧਰਮ ਪਾਪ ਕਰਮ ਕਰਨਾ, ਮਾੜੇ ਕਰਮ ਕਰਦਾ ਤੇ ਲੋਚਦਾ ਹੈ ਬਈ ਫਲ ਮੈਨੂੰ ਪੁੰਨਾਂ ਦਾ ਮਿਲੇ। ਐਸਾ ਨਹੀਂ ਹੋ ਸਕਦਾ। ਪੁੰਨ ਕਰੇਗਾ ਪੁੰਨਾਂ ਦਾ ਫਲ ਮਿਲੇਗਾ, ਪਾਪ ਕਰੇਗਾ ਪਾਪਾਂ ਦਾ ਫਲ ਮਿਲੇਗਾ, ਤੈਨੂੰ ਪੁੰਨ ਕਦੇ ਨਹੀਂ ਮਿਲਣਾ। ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਬਚਨ ਕਹੇ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਬਈ ਉਹ ਧਰਮ ਕਰਮ ਕਰ ਜਿਹਦੇ ਨਾਲ ਤੂੰ ਸੰਸਾਰ ਵਿੱਚ ਆ ਕੇ ਸਫਲਾ ਹੋ ਸਕੇ। ਗੁਰਮੁਖ ਸੁਖ ਫਲ ਆਪ ਗਵਾਏ। ਕਹਿੰਦੇ ਗੁਰਮੁਖਾਂ ਨੂੰ ਸੁਖ ਰੂਪੀ ਫਲ ਇਹ ਆ ਉਹ ਆਪਾ ਗਵਾ ਕੇ ਤੇ ਮਾਲਕ ਨੂੰ ਪਾਉਂਦੇ ਆ। ਆਪ ਗਵਾਈਏ ਤਾਂ ਸਹੁ ਪਾਈਏ ਔਰ ਕੈਸੀ ਚਤੁਰਾਈ। ਮਹਾਰਾਜ ਕਹਿੰਦੇ ਕਲਯੁਗ ਉੱਤਮ ਹੈ ਤੇ ਗੁਰਮਤ ਦਾ ਕਲਯੁਗ ਕਿਹੜਾ ਹੈ? ਇਹ ਤਾਂ ਔਰ ਸਨਾਤਨ ਮਤ ਦੇ ਵੇਦਾਂ ਵਿੱਚ ਸ਼ਾਸਤਰਾਂ ਵਿੱਚ ਬਈ ਸਤਯੁਗ ਆ ਗਿਆ, ਕਲਯੁਗ ਆ ਗਿਆ, ਦੁਆਪਰ ਆ ਗਿਆ, ਤ੍ਰੇਤਾ ਆ ਗਿਆ, ਪਰ ਇਹ ਗੁਰਮਤ ਦਾ ਨਹੀਂ। ਗੁਰਮਤ ਨੇ ਨਹੀਂ ਇਹਨੂੰ ਮੰਨਿਆ। ਗੁਰਮਤ ਕਲਯੁਗ ਕਦੋਂ ਮੰਨਦੀ ਆ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਏਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਜਦੋਂ ਪਰਮਾਤਮਾ ਦਾ ਨਾਮ ਵਿਸਰ ਜਾਏ, ਪਰਮਾਤਮਾ ਵਾਲਾ ਪਾਸਾ ਭੁੱਲ ਜਾਏ, ਧਰਮ ਕਰਮ ਭੁੱਲ ਜਾਏ ਔਰ ਬਾਣੀ ਬਾਣਾ ਭੁੱਲ ਜਾਏ, ਮਨੁੱਖ ਇਹਨਾਂ ਨੂੰ ਭੁੱਲ ਕੇ ਕੁਰੀਤੀਆਂ ਵੱਲ ਚੱਲ ਜਾਏ, ਬਦ ਫੈਲੀਆਂ ਵੱਲ ਚੱਲ ਜਾਏ, ਕੁਸੰਗਤ ਵਿੱਚ ਚਲਾ ਜਾਏ, ਉਹਦੇ ਅੰਦਰ ਮਾੜੇ ਫੁਰਨੇ, ਮਾੜੇ ਵਿਚਾਰ, ਮਾੜੀ ਸੋਚ ਸਮਝ ਹੋਣ ਲੱਗ ਪਵੇ, ਉਦੋਂ ਸਮਝਣਾ ਕਲਯੁਗ ਵਿਆਪ ਰਿਹਾ। ਕਲਯੁਗ ਕੋਈ ਔਰ ਸਰੀਰ ਧਾਰੀ ਨਹੀਂ ਬਈ ਉਹ ਇੱਥੇ ਹਨੇਰੀ ਲੈ ਕੇ ਆ ਗਿਆ। ਕਲਯੁਗ ਮਨਾਂ ਅੰਦਰ ਵਿਆਪਦਾ ਹੈ। ਕਲ ਨਾਮ ਕਲੇਸ਼ ਦਾ ਹੈ ਤੇ ਕਲੇਸ਼ਕਾਰੀ ਵਿਚਾਰ ਨੇ, ਕੋਈ ਸਰੀਰ ਨਹੀਂ। ਔਰ ਕਲੇਸ਼ਕਾਰੀ ਫੁਰਨੇ ਨੇ ਔਰ ਉਹ ਕਲ ਮੈਨਾ ਪਾਪ ਨੇ, ਉਹ ਪਾਪ ਅੰਦਰ ਨੇ। ਤੇ ਮਹਾਰਾਜ ਕਹਿੰਦੇ ਕਲਯੁਗ ਵਿਆਪਦਾ ਹੈ। ਔਰ ਉਹ ਜਦੋਂ ਪਰਮਾਤਮਾ ਨਾਲ ਜੁੜੀਏ, ਜਦੋਂ ਪਰਮਾਤਮਾ ਚੇਤੇ ਆਵੇ, ਮਹਾਰਾਜ ਕਹਿੰਦੇ ਉਹ ਕਲਯੁਗ ਨਹੀਂ, ਉਹ ਸਤਯੁਗ ਹੈ। ਜਿੰਨੇ ਆਪਾਂ ਬੈਠੇ ਆਪਣੇ ਚੋਂ ਬਹੁਤੇ ਸਤਯੁਗੀ ਨੇ ਜਿਨ੍ਹਾਂ ਨੂੰ ਸਤ ਪਰਮਾਤਮਾ ਚੇਤੇ, ਬਹੁਤੇ ਦੁਆਪਰੀਏ ਨੇ ਔਰ ਜਿਹੜੇ ਪੂਜਾ ਤੇ ਰਹਿ ਬਸ ਜੀ ਪੂਜਨ ਹੀ ਕਰਨਾ। ਔਰ ਕੁਝ ਤ੍ਰੇਤੇ ਦੇ ਵਾਸੀ ਆ ਬਈ ਕੋਈ ਨਹੀਂ ਜੱਗ ਹਮਨ ਕਰਾਂਗੇ। ਔਰ ਕਲਯੁਗ ਦੇ ਵਿੱਚ ਜਿਹੜੇ ਨਾਮ ਤੇ ਆਉਂਦੇ ਨੇ, ਅਬ ਕਲੂ ਆਇਓ ਰੇਕ ਨਾਮ ਬੋਵੋ ਬੋਵੋ ਅਨਰੂਤ ਨਾਹੀ। ਇੱਕ ਨਾਮ ਦਾ ਬੀਜ ਪਾਓ, ਨਾਮ ਜਪਣ ਦਾ ਸਮਾਂ ਆ ਗਿਆ ਹੈ। ਨਾਮ ਉਤਮ ਹੈ, ਨਾਮ ਦੀ ਪ੍ਰਭਤਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਸਤਯੁਗ ਦਾ ਨਿਆਉ ਵੇਖ ਧੌਲ ਧਰਮ ਹੁਆ ਉਡੀਣਾ। ਕਹਿ ਲੱਗੇ ਜਿਹੜਾ ਧਰਮ ਰੂਪੀ ਬਲਦ ਸੀ ਨਾ ਔਰ ਉਡੀਣਾ ਉਹ ਉਦਾਸ ਹੋ ਗਿਆ। ਧਰਮ ਰੂਪੀ ਬਲਦ ਸੀ ਉਹ ਉਦਾਸ ਹੋ ਗਿਆ ਵੀ ਹੱਦ ਹੋ ਗਈ। ਗੁਨਾਹ ਇੱਕ ਨੇ ਕੀਤਾ ਸਤਯੁਗ ਵਿੱਚ, ਮਾਰ ਕੇ ਸਾਰੇ ਦੇਸ਼ ਨੂੰ ਧਰ ਦਿੱਤਾ। ਇਹ ਕਿਹੜਾ ਨਿਆਂ ਹੈ? ਔਰ ਕਹਿੰਦੇ ਉਦਾਸੀ ਆ ਗਈ। ਔਰ ਸੁਰਪਤਾ ਨਰਪਤ ਚੱਕਰ ਵੈ ਰਖ ਨ ਹੰਗਣਾ ਬਾਲ ਮਤ ਹੀਣਾ। ਕਹਿ ਲੱਗੇ ਸੁਰਪਤ ਜਿੰਨੇ ਦੇਵਤੇ ਤੇ ਨਰਪਤ ਜਿੰਨੇ ਮਨੁੱਖ, ਵੱਡੇ ਵੱਡੇ ਚੱਕਰਵਰਤੀ ਬਾਦਸ਼ਾਹ, ਵੱਡੇ ਵੱਡੇ ਜਿਹੜੇ ਰਾਜੇ ਸਨ, ਰੱਖ ਨਾ ਹੰਗਣ, ਕਿਸੇ ਨੂੰ ਬਚਾ ਨਹੀਂ ਸਕਦੇ। ਔਰ ਮਤ ਹੀਣਾ, ਮਤ ਤੋਂ ਹੀਣੇ ਖਾਲੀ ਹੋ ਗਏ। ਇੰਨੀ ਤਾਕਤ ਬਲ ਨਹੀਂ ਕਿ ਉਹ ਆਪਣੇ ਮਰਜ਼ੀ ਨਾਲ ਕਿਸੇ ਨੂੰ ਬਚਾ ਸਕਣ। ਉਹਨਾਂ ਯੁੱਗਾਂ ਦਾ ਕਾਇਦਾ ਕਾਨੂੰਨ ਹੀ ਇਹ ਬਣ ਗਿਆ ਸੀ। ਤ੍ਰੇਤੈ ਵਿਖਿਆ ਪੈਰ ਇੱਕ। ਕਹਿ ਲੱਗੇ ਤ੍ਰੇਤੇ ਦੇ ਵਿੱਚ ਜਿਹੜਾ ਇੱਕ ਪੈਰ ਖਿਸਕ ਗਿਆ, ਇੱਕ ਪੈਰ ਘਟ ਗਿਆ, 7 ਘਟ ਗਿਆ।
आके कहन लगे फिर की होया, होम जग थाप पतीना, ते हमन करने ते जग करना, ये प्रथा रह गई। इस युगां दे विच आके द्वापर दोए पग धर्म दे, पूजा चार अखंड अलीना। द्वापर तक आउंदियां कल्ली पूजा रह गई ते और सत भी चला गया ते जग भी चला गया, दो पैर धर्म दे उड गए। इत्थे आके जिहड़ा सी पूजा जिहड़ी कल्ली इहदे च रह गई द्वापर च, और कलयुग रहा पैर एक होए न माना धर्म अधीना। कलयुग दा समा आ गया ते पूजा भी चली गई, पखंड ने थां लै ली, पखंड ने, और पखंड बन गया ते पूजा सच दी चली गई। हुण जिहड़ा धर्म सी ना होए निमाणा, वो निमाणा हो गया, धर्म अधीना अधीनगी विच आ गया। पुकारा करन लग पिया कि हुण एक पैर ते नहीं रहा जांदा, हुण मेरे तो खलोता नहीं जांदा। फिर वो धरती ने, धरती ते रहन वाले भगतां ने पुकार कीती, परमात्मा साडी बांह पकड़, खलोना बड़ा मुश्किल हो गया ही। तो फिर भाई साहब ने बचन कीते ने, सुनी पुकार दातार प्रभ गुरु नानक जग माहे पुठाया। फिर निर्गुण ने सरगुण रूप धार के आपा प्रगट किया संसार अंदर। फिर भाई साहब कहते ने, सतगुर नानक प्रगटिया मिट्टी धुंध जग चानन हुआ, जो कर सूरज निकलिया तारे छपे अंधेर पलोआ। हनेरा अज्ञानता दा भज गया। कहन लगे वो जदों अधीन हो गया, निमाणा हो गया धर्म, मान न माने सतगुरु। फिर कहते जिहड़ा निमाणा हो जावे ना संसार विच, उन्हों मान ते सत्कार सतगुरु बख्शदे ने। जदों धर्म निमाणा होके, धर्मियां ने निमाणे होके, नेताने होके पुकार कीती, फिर दातार प्रभु ने सुनी। गुरु नानक साहब महाराज ने धर्मियां दी जय जयकार कराई, धर्मियां नूं जपण वालियां नूं, और जिहड़ा सी गल ना लाया धर्म दी प्रथा जिहड़ी संसार अंदर फैलाई। और महाराज ने बाणी अंदर भी कहंदे, जयकार कियो धर्मियां का। जिहड़े धर्मी सी उन्हां दी जय जयकार हुई, पापी को दंड दियो ए। जिहड़े पापी सी ना, हुण परमात्मा अंदर दी सारियां दे जानदा है। बाहरों मैं भी कह देंगा मैं बड़ा पुन्नी है, मैं बड़ा भगत हाँ, पर परमात्मा तो जानता है ना कि मैं किन्ना को धर्मी किन्ना को और भगत हाँ। कहते परमात्मा जानता है जिन्हां दे अंदर पाप छुपे हुए हैं ना, पाप का कोई स्वरूप नहीं, पाप ख्याल है, पाप एक विचार है, और वो किसी नूं दिसदे नहीं। और पखंड ये आ के अंदर पाप बाहरों धर्म का लिबास होना, इनू पखंड कहते। बई जिहदे अंदर कुछ हो रहे बाहरों कुछ हो रहे, उन्होंने साहब ने कहा जिन मन होर मुख होर से कांडे कच्चिया, वो कच्चे। महाराज कहते बई वो धर्म नू निमाणे नू फिर मान सतगुरु ने दिता। साध संगत प्रगट परबीना, साध संगत दे विच आके उन्होंने प्रगटाया, ये नाम जपाया। इत्थे नाम जप तेनू ताकत मिलेगी। सियाने मिल के फिर वो नाम जपन लगे। प्रवीण जेड़े सन गुरमुख धर्म संपूर्ण रीणा, गुरमुख जेड़े सन उन्हां दा धर्म जेड़ा संपूर्ण हो गया जदों उन्हां नाम जपिया, प्रभु नूं ध्याया। भाई साहब कहंदे चार वर्ण एक वर्ण कर, वर्ण अवर्ण साध संग जापै। कहते चार वर्ण सन खत्री ब्राह्मण सूद वैस, ये चार वर्णा का एक वर्ण कर। गुरु नानक साहब महाराज ने आके एको संगत विच बिठा दिते, एको पंगत विच बिठा दिते, एको उपदेश सारियां नूं दिता है। नहीं कि ब्राह्मण ली होर शूदर ली होर वैस ली होर, ते जिहड़ा और शूदर विचारा सी उन्होंने तो छड्डिया ही पासे सी, ना सुन सकता ना पढ़ सकता ना किसी पासे आ सके। और जिहड़ा छतरियां लई उपदेश होर कहंदे नहीं, एको वर्ण कीता, एक संगत विच एक पंगत विच एको उपदेश एक जगह ते बिठा के जिहड़ा वर्ण ते अवर्ण, अवर्ण हुंदा है जिन्हों नाल मिला के ना बिठाया जाए। गुरु नानक साहब महाराज ने साध संग जपै, साध संगत विच मिल के सारे जपदे ने, इकट्ठे बैठते हैं,
सारे इकट्ठ दे विच आउंदे ने। छे रुत्तां छे दर्शना, कहंदे छे रुत्तां ते छे दर्शन मार्ग जोगियां दे। गुरमुख दर्शन सूरज थापै, कहंदे गुरमुखां ने जेड़े गुरमुख दे दर्शन है ना, सूरज थापै, मानो सूरज दी नुमा प्रकाशमयी ने, हिरदियां च प्रकाश करन वाले। क्यों? सूरज बाहर दा प्रकाश दिंदा है, गुरमुख जन जदों बचन सुनाउंदे मार्ग दर्शाउंदे अंदर चानना हो जांदा, अंदर ज्ञान प्रगट हुंदा है। 12 पंथ मिटाए कै, जेड़े जोगियां ने 12 रस्ते अपने धर्म दे मिथे होए सन, उन्हां दी प्रथा 12 दी और वख-वख उन्हां दे मार्ग ते वख-वख मर्यादावां उन्होंने मिटा के सतगुरु ने और गुरमुख पंथ वड्डा प्रताप है। गुरमुखां वाला मार्ग जिहड़ा सी ना, उहदे उन्होंने वड्डे प्रताप वाला बनाता। बई इहदे ते चलो इक्को ही मार्ग है, इहदे ते चलो इक्को ही पैंडा है ते इक्को जिहा तरवास मिलेगा। वेद कतेबों बाहरा, और वेदां ते कतेबां तो बाहर उन्हां वाले कर्म कांड नहीं करने पैंदे। साध संगत दे विच आउण लई, नाम ध्याउण लई अनहद शब्द अगम अलैपै, जिहड़ा शब्द दे नाल सुरत जोड़दा, उहदे हिरदे दे अंदर अनाहद धुनी जिहड़ी आ वो प्रगट होए आउंदी। धुन उदों प्रगट हुंदी जदों ध्यान एकाग्र करदा है, जिहनूं महाराज कहंदे धुन मैं ध्यान। धुन हुंदी है आवाज़, जो आप बोल रहे हैं धुनी प्रगट हो रही है, और वो धुन मैं ध्यान, ध्यान मैं जानिया गुरमुख अकथ कहानी। जे ध्यान नहीं ना गल विच ते कोल खड़ा कोई बोली जावे, वो कहता समझ आ गई, कहता नहीं यार मैनू समझ नहीं आई, दोबारा बोल के दस। क्यों? कहता मेरा ध्यान नहीं सी इधर, मेरा ध्यान किते होर सी। ध्यान बगैर समझ नहीं आउंदी। वो धुन जिहड़ी आवाज़ वाहिगुरू दी अंदरों आउंदी आ ना, उहदे ते ध्यान टका के सुन भी वाहिगुरू बोलिया भी जा रहा कि नहीं, उत्ते ध्यान एकाग्रत कर, ध्यान होर पासे ना जावे। खैर भाई साहब कहंदे फिर अगम जिहड़ा मन बानी शरीर इंद्रियां दी पहुँच तो परे उहनूं अलापै जपदे ने। पैरी पै पाखा कू होए, एक दूजे दे चरनी लगना, एक दूजे नूं वड्डा जानना, उहदा अदब ते सत्कार करना निम्रता दे नाल। कह लगे वो एक दूजे दी खाक होना। गुरसिखां रह रास पछापै, पछापे मैं ना पछाण दे। रह रास का मतलब ये नहीं जिहड़ा नितनेम असीं शाम नूं करदे, इत्थे रह रास का अर्थ है रौ रीति मर्यादा। और वो सिखां ने पछाण लैना कीती। माया विच उदास कर आप गवाए, जपे अजापै, कहंदे माया दे विच अपने आप नूं उदास रखना, उहदे छलवियां विच ना आउणा, उहदी पकड़ विच ना आउणा, उहदे मुतलक चल के अवगुणां नूं ना अपनाउणा। कह लगे सब कुछ करके अपना आप नूं अंदरों गवाउणा ते प्रभु दा जपै अजापै, जिहड़ा अजप नाम है ना उन्हों जपना, परमात्मा दे नाम नूं। लंघ निकथै वरै सरापै, कह लगे इहदे तो अगे लंघ जांदे ने और इन्हां सारियां चीज़ां नूं छड्ड के निकथै अगे लंघ जांदे। ना उन्हां नूं वार कुछ कर सकदा, ना सराफ उन्हां दा कुछ विगाड़ सकदा, क्योंकि गुरमुख गुरु विच मिल गए ते ना ही वो किसी नूं वार देंदे ने, ना ही किसी नूं गुरमुख सराफ देंदे ने। जदों वर ते सराफ वाली गल आवेगी ना, उत्थे दुई प्रगट हो जाएगी। वर ये मेरा प्यारा है, इहदा मैं भला करा, ते सराफ अंदर ईरखा आउणी। तां जिस तरह पहले ऋषियां दे हिरदियां च रही और उन्हां किसी नूं ईर्षा नाल सराफ दे देना, क्रोध दे शिकार हो गए, विरोध दे शिकार हो गए, मोह दे शिकार हो गए। भाई गुरदास साहब कहते गुरमुख जिहड़ा है ना ऐसी करनी वाला नहीं, वो रब नाल जुड़िया उहदा प्यारा है। भाई गुरदास साहब कहते मिलदे मुसलमान दोए मिल मिला करन सलामा लेकी, और दो मुसलमान आपस च मिलदे ते मिल के एक दूजे नूं सलामा अलैकुम कहंदे और अपने उन्हां दे धर्म दी शरह, वो अपने बुलाउण दा उन्हां दा ढंग तरीका। ते भाई गुरदास साहब कहंदे जोगी करन आदेश मिल आद पुरख आदेश वसेखी। एक जोगी दूजे नूं मिलदा कहंदा जी आदेश, वो कहंदा आद पुरख नूं आदेश, आद अकाल नूं नमस्कार। आदेश दे अर्थ नमस्कार हुंदी है और उन्होंने नमस्कार है
ਅਕਾਲ ਪੁਰਖ ਵਾਹਿਗੁਰੂ ਨੂੰ ਵਿਸ਼ੇਸ਼ ਕਰਕੇ ਸੰਨਿਆਸੀ ਕਰ ਓ ਨਮੋ ਓ ਨਮਾ ਨਾਰਾਇਣ ਬਹੁ ਭੇਖੀ। ਸੰਨਿਆਸੀ ਆਪਸ ਜਦੋਂ ਮਿਲਦੇ ਹਨ ਓਮ ਨਮੋ ਕਹਿੰਦੇ ਆ, ਓਮ ਨਮੋ। ਤੇ ਜਿਹੜਾ ਮੂਹਰੇ ਵਾਲਾ ਉਹ ਕਹਿੰਦਾ ਓ ਨਮੋ ਨਾਰਾਇਣ, ਉਹ ਕਹਿੰਦਾ ਰੱਬ ਨੂੰ ਨਮਸਕਾਰ। ਜਦੋਂ ਉਹਨੂੰ ਕੋਈ ਨਮਸਕਾਰ ਕਰਦਾ ਹੈ ਨਾ, ਔਰ ਉਹ ਕਹਿੰਦਾ ਰੱਬ ਨੂੰ ਨਮਸਕਾਰ। ਤੇ ਸਾਡਾ ਇੱਕ ਵੱਡੇ ਪੁਰਖਾਂ ਨੇ, ਸਾਡੇ ਪੁਰਖਿਆਂ ਨੇ ਤਰੀਕਾ ਕੱਢਿਆ ਸੀ, ਔਰ ਉਹ ਕਹਿੰਦੇ ਸਨ ਹੁਣ ਦਾ ਸਮਾਂ ਸਾਡੇ ਮਿਲਣ ਦਾ ਆ ਗਿਆ, ਬਹੁਤਾਤ ਅੰਦਰ ਗੁਰਮੁਖਾਂ ਨੂੰ ਛੱਡ ਕੇ ਕਹਿਣਗੇ ਜੀ ਸਤਿ ਸ੍ਰੀ ਅਕਾਲ। ਤੇ ਹੁਣ ਤਾਂ ਚਲੋ ਇਹ ਕੰਮ ਜਿਹੜਾ ਹੈ ਬੇੜਾ ਗਰਕ ਹੋ ਗਿਆ, ਕਹਿੰਦੇ ਸਤਿ ਸ੍ਰੀ ਅਕਾਲ। ਪਤਾ ਨਹੀਂ ਕਿਹੜੀ ਡਿਕਸ਼ਨਰੀ ਚੋਂ ਲੈ ਆਏ ਨੇ, ਨਾ ਇਹਦੇ ਮੈਨੇ ਦਾ ਪਤਾ, ਨਾ ਕਾਹੇ ਦਾ ਪਤਾ। ਇਹ ਨਹੀਂ ਸੀ ਸ਼ਬਦ, ਸ਼ਬਦ ਸੀ ਸਤ ਸ੍ਰੀ ਅਕਾਲ। ਇਹ ਸ਼ਬਦ ਪ੍ਰਗਟ ਹੋਇਆ ਸੀ ਬਈ ਸਤ ਸੱਚ ਪਰਮਾਤਮਾ, ਸ੍ਰੀ ਸੋਭਾ ਵਾਲਾ ਉਤਕ੍ਰਿਸ਼ਟ ਕੌਣ ਹੈ? ਸੁਭਾਏ ਮਾਨੇ ਅਕਾਲ, ਜਿਹਦੇ ਤੇ ਮੌਤ ਵੀ ਹਮਲਾ ਨਹੀਂ ਕਰ ਸਕਦੀ। ਮਿਲਾਪ ਦਾ ਸ਼ਬਦ ਸੀ। ਤੇ ਹੁਣ ਤਾਂ ਪਤਾ ਨਹੀਂ ਸਤਿ ਸ੍ਰੀ ਅਕਾਲ ਦਾ ਵੀ ਕੋਈ ਮਤਲਬ ਨਹੀਂ, ਤੇ ਸਤਿ ਸ੍ਰੀ ਅਕਾਲ ਦਾ ਵੀ ਕੋਈ ਮਤਲਬ ਨਹੀਂ, ਕਿਧਰ ਨੂੰ ਤੁਰ ਪਏ। ਔਰ ਗੁਰੂ ਨੇ ਸਾਨੂੰ ਫਤਿਹ ਦਿੱਤੀ ਆ ਕੇ, ਉਹਦਾ ਵੀ ਕੋਈ ਮਤਲਬ ਸੀ ਕਿ ਗੁਰੂ ਕਾ ਸਿੱਖ ਇੱਕ ਦੂਜੇ ਨੂੰ ਮਿਲੇ। ਕਹਿਣ ਲੱਗੇ 4 ਮਿਲੇ 64 ਖਿਲੇ, ਮਿਲੇ 20 ਕਰ ਜੋਰ। ਗੁਰ ਸਿੱਖ ਕੋ ਗੁਰ ਸਿੱਖ ਮਿਲੇ, ਖਿਲੇ ਹੈ 7 ਕਰੋੜ। ਵਿਦਵਾਨ ਕਹਿੰਦੇ 4 ਮਿਲੇ, 2 ਅੱਖਾਂ ਉਹਦੀਆਂ ਤੇ 2 ਉਹਦੀਆਂ, ਆਪਸ 'ਚ ਇੱਕ ਦੂਜੇ ਨੂੰ ਦੇਖਿਆ। ਔਰ 4 ਮਿਲੇ 64 ਖਿਲੇ, ਇੱਕ ਦੂਜੇ ਨੂੰ ਗੁਰਸਿੱਖ ਨੇ ਗੁਰਸਿੱਖ ਨੂੰ ਦੇਖਿਆ। 32 ਦੰਦਾਂ ਉਹਦਿਆਂ ਤੇ ਮੁਸਕਰਾਹਟ ਆ ਗਈ, 32 ਦੰਦਾਂ ਉਹਦਿਆਂ ਤੇ ਮੁਸਕਰਾਹਟ ਆ ਗਈ। ਇੱਕ ਦੂਜੇ ਨੂੰ ਭਰਾ ਗੁਰਸਿੱਖ ਭਾਈ ਨੂੰ ਵੇਖ ਕੇ ਇੱਕ ਦੂਜੇ ਨੂੰ ਹੱਸਣ ਲੱਗ ਪਏ। ਔਰ 32 ਜਿਹੜੇ ਆ 64 ਖਿਲੇ, ਔਰ ਮਿਲੇ 20 ਕਰ ਜੋਰ। ਔਰ 10 ਉਂਗਲਾਂ 2 ਹੱਥਾਂ ਦੀਆਂ ਉਹਦੀਆਂ, ਔਰ 10 ਉਹਦੀਆਂ, 10 ਦੂਣਾ 20, ਮਿਲੇ 20 ਕਰ ਜੋਰ। ਔਰ 4 ਹੱਥ ਮਿਲ ਗਏ ਤੇ 20 ਉਂਗਲਾਂ ਹੋ ਗਈਆਂ। ਕਹਿੰਦੇ ਇੰਨੇ ਨੂੰ ਨੇੜੇ ਆਏ ਤੇ ਇੱਕ ਦੂਜੇ ਨੂੰ ਫਤਿਹ ਬੁਲਾਈ। ਇੱਕ ਦੇ ਹਿਰਦੇ ਅੰਦਰ ਚੱਲਦਾ ਸੀ ਵਾਹਿ, ਦੂਜੇ ਦੇ ਚੱਲਦਾ ਸੀ ਗੁਰੂ। ਜਦੋਂ ਗਲ ਵਕੜੀ ਪਾਈ ਨਾ 3.5 ਕਰੋੜ ਉਹਦਾ ਰੋਮ, ਫਤਿਹ ਬੁਲਾਉਣ ਵਾਲੇ ਦਾ ਤੇ ਅੱਗੋਂ ਸਵੀਕਾਰ ਕਰਨ ਵਾਲੇ ਦਾ 3.5 ਕਰੋੜ ਰੋਮ। ਕਹਿੰਦਾ ਉਹਦਾ ਰੋਮ ਜਿਹੜਾ ਖਿੜ ਗਿਆ ਖੁਸ਼ੀ ਨਾਲ, ਜਦੋਂ ਦੋਨਾਂ ਨੇ ਗੱਜ ਕੇ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ 2 ਵੇਰ ਵਾਹਿਗੁਰੂ ਉਹਨੇ ਸੁਣਿਆ, 2 ਵੇਰ ਉਹਨੇ ਕਿਹਾ, ਔਰ 4 ਵੇਰ ਹੋ ਗਿਆ। ਕਹਿੰਦੇ ਰੱਬ ਨੇ ਇੰਨੀ ਕਿਰਪਾ ਕੀਤੀ, ਉਹ ਆਪਸ 'ਚ ਮਿਲਦੇ। ਕਹਿੰਦੇ ਬ੍ਰਾਹਮਣ ਨੂੰ ਕਰ ਨਮਸਕਾਰ, ਕਰ ਆਸ਼ੀਰ ਵਚਨ ਮੂੰਹ ਦੇਖੀ। ਕਹਿਣ ਲੱਗੇ ਜਦੋਂ ਕੋਈ ਬ੍ਰਾਹਮਣ ਨੂੰ ਨਮਸਕਾਰ ਕਰਦਾ ਨਾ ਦੇਵਤਾ ਵੇਖ ਜਾਣ ਕੇ, ਤੇ ਜਿਹੜਾ ਅੱਗੋਂ ਦੇਵਤਾ ਵੇਖਦਾ ਵੀ ਚਿਹਰੇ ਵਾਲੇ ਵੀ ਇਹ ਕੌਣ ਆ। ਜੇ ਉਹਨੇ ਆਸ਼ੀਰਵਾਦ ਦੇਣੀ ਹੈ ਤੇ ਤਾਂ ਵੀ ਉਹਨੇ ਚਿਹਰਾ ਦੇਖਣਾ। ਖੱਤਰੀ ਹੈ, ਬ੍ਰਾਹਮਣ ਹੈ, ਵੈਸ਼ ਹੈ। ਜੇ ਕਿਤੇ ਸ਼ੂਦਰ ਹੋਇਆ ਤੇ ਪਤਾ ਨਹੀਂ ਉਹਨੂੰ ਗਾਲਾਂ ਹੀ ਦੇਣ ਲੱਗ ਪਏ, ਤੂੰ ਤਾਂ ਮੇਰਾ ਜਨਮ ਭ੍ਰਿਸ਼ਟ ਕਰਤਾ, ਮੇਰੇ ਮੱਥੇ ਲੱਗ ਗਿਆ। ਕਹਿੰਦੇ ਉਹ ਮੂੰਹ ਦੇਖ ਕੇ ਆਸ਼ੀਰਵਾਦ ਦਿੰਦਾ ਕਿ ਇਹਨੂੰ ਮੈਂ ਆਸ਼ੀਰਵਾਦ ਦਿਆਂ ਕਿ ਨਾ, ਪਰ ਸਤਿਗੁਰੂ ਐਸਾ ਨਹੀਂ ਕਰਦਾ। ਇੱਥੇ ਜਿਹੜਾ ਜੋ ਸਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ ਪੈਰੀ ਪਵਣਾ ਸਤਿਗੁਰੂ। ਗੁਰ ਸਿੱਖਾਂ ਰਾਹ ਰਾਸ ਸਰੇਖੀ। ਕਹਿੰਦੇ ਗੁਰੂ ਦੇ ਆ ਕੇ ਚਰਨੀ ਲੱਗਦੇ ਗੁਰੂ ਕੇ ਸਿੱਖ, ਸਤਿਗੁਰੂ ਨੇ ਉਹਨਾਂ ਨੂੰ ਰਾਹੋ ਰਾਸ ਜਿਹੜੀ ਰੋਹ ਰੀਤੀ ਇਹ ਦੇਣਾ ਕੀਤੀ ਏ ਬਸ਼ੇਕ ਕਰਕੇ। ਉੱਤਮ ਜਿਹੜੀ ਸਰੇਸ਼ਟ ਆ ਰਾਜਾ ਰੰਕ ਬਰਾਬਰੀ। ਇੱਥੇ ਰਾਜਾ ਆਵੇ, ਰੰਕ ਆਵੇ, ਸਾਰਿਆਂ ਨੂੰ ਮੱਥਾ ਇੱਕੇ ਥਾਂ ਹੀ ਟੇਕਣਾ ਪੈਣਾ। ਰਾਜੇ ਲਈ ਕੋਈ ਵੱਖਰਾ ਵਿਛਾਉਣਾ ਨਹੀਂ ਵਿਛਾਇਆ ਜਾਣਾ। ਗੁਰੂ ਦੀ ਹਜ਼ੂਰੀ ਅੰਦਰ ਸੰਗਤ ਵਿੱਚ ਹੀ ਉਹਨੂੰ ਵੀ ਬੈਠਣਾ ਪੈਣਾ ਹੈ। ਬਾਲਕ ਬਿਰਧ ਨਾ ਭੇਦ ਨ ਮੇਖੀ। ਕਹਿ ਲੱਗੇ ਨਿਮਕ ਮਾਤਰ ਵੀ ਬਜ਼ੁਰਗ ਅਤੇ ਇੱਕ ਬੱਚੇ ਵਿੱਚ ਭੇਦ ਫਰਕ ਨਹੀਂ। ਉਹੀ ਉਪਦੇਸ਼ ਉਹਨੂੰ ਉਸੇ ਸੰਗਤ ਵਿੱਚ ਬਹਿਣਾ ਉਹਨੂੰ ਨਸੀਬ, ਉਸੇ ਸੰਗਤ ਵਿੱਚ ਬਹਿਣਾ ਉਹਨੂੰ ਨਸੀਬ। ਉਹੀ ਅਰਦਾਸ ਉਹਦੇ ਲਈ, ਉਹੀ ਅਰਦਾਸ ਉਹਦੇ ਲਈ, ਉਹੀ ਜਾਪ ਉਸੇ ਉਹਦੇ ਲਈ, ਉਹੀ ਜਾਪ ਉਹਦੇ ਲਈ। ਇੱਕੋ ਜਾਪ ਹੈ, ਇੱਕੋ ਅਰਦਾਸ ਹੈ। ਕਹਿਣ ਲੱਗੇ ਚੰਦਨ ਭਗਤਾਂ ਰੂਪ ਨਾ ਰੇਖੀ। ਕਹਿੰਦੇ ਭਗਤ ਜਿਹੜੇ ਆ ਰੱਬ ਦੇ ਪਿਆਰੇ, ਉਹ ਚੰਦਨ ਦੀ ਨੁਮਾ ਸ਼ਾਂਤ
ਹਿਰਦੇ ਦੇ ਅੰਦਰ ਠਰਮੇ ਟਿਕਾਉ ਵਾਲੇ ਉਹ ਰੂਪ ਰੇਖਾਵਾਂ ਤੋਂ ਅੱਗੇ ਲੰਘ ਜਾਂਦੇ ਨੇ। ਭਾਈ ਸਾਹਿਬ ਕਹਿੰਦੇ ਨੀਚੋ ਨੀਚ ਸੁਦਾਮਣਾ ਗੁਰੇ ਉਪਦੇਸ਼ ਕਮਾਵੇ ਕੋਈ। ਜਿਹੜਾ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਨਾ ਉਹ ਨੀਵਿਆਂ ਤੋਂ ਨੀਵਾਂ ਨਿਰਮਾਨਤਾ ਵਿੱਚ ਆ ਜਾਂਦਾ, ਉਚਾਈ ਨੂੰ ਨਹੀਂ ਜਾਂਦਾ। ਤੇ ਮਹਾਰਾਜ ਬਾਣੀ ਅੰਦਰ ਵੀ ਕਹਿੰਦੇ ਜਿੱਥੈ ਨੀਚ ਸੰਭਾਲੀਆਂ ਤਿੱਥੈ ਨਦਰ ਤੇਰੀ ਬਖਸ਼ੀਸ। ਵਾਹਿਗੁਰੂ ਉੱਥੇ ਤੇਰੀ ਨਦਰ ਜਿੱਥੇ ਨੀਚ ਸੰਭਾਲੇ ਜਾਂਦੇ ਆ। ਤੇ ਮਹਾਰਾਜ ਕਹਿੰਦੇ ਕਿ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਉਸੇ ਸ਼ਬਦ ਵਿੱਚ ਕਹਿੰਦੇ ਬਈ ਜਿੱਥੇ ਨੀਚਾਂ ਨੂੰ ਸੰਭਾਲਿਆ ਜਾਂਦਾ ਹੈ ਔਰ ਉਹਨਾਂ ਦੇ ਨਾਨਕ ਨਾਲ ਵੱਡਿਆਂ ਨਾਲ ਰੀਸ ਨਹੀਂ ਜਿਹੜੇ ਹੰਕਾਰ ਦੇ ਪੜਾਵਾਂ ਤੇ ਹੂਟੇ ਲੈਂਦੇ ਨੇ। 23 ਦੇ ਦਮ ਲੈ 1 ਰੁਪਈਆ ਹੋਛਾ ਹੋਈ। ਕਹਿੰਦੇ 20 ਪੈਸੇ ਇਕੱਠੇ ਕੀਤੇ 360 ਪੈਸੇ ਉਹਦੇ ਬਰਾਬਰ 1 ਰੁਪਈਏ ਨੂੰ ਤੋਲਿਆ ਤੇ ਵਜ਼ਨ ਵਿੱਚ ਕਹਿੰਦੇ ਥੋੜਾ ਹੈ, ਥੋੜਾ ਪਰ ਕੀਮਤ ਉਹਦੀ ਬਹੁਤੀ 1 ਰੁਪਏ ਦੀ। ਔਰ ਕਹਿਣ ਲੱਗੇ ਇਸੇ ਤਰ੍ਹਾਂ 10 ਰੁਪਏ ਲਈਦਾ। ਕਹਿਣ ਲੱਗੇ ਇਸੇ ਤਰ੍ਹਾਂ ਜੇ 10 ਰੁਪਏ ਲਈਏ ਇੱਕ ਸੁਣੀਆਂ ਹੌਲਾ ਸੂਈ ਤੇ 10 ਰੁਪਏ ਲੈ ਲਈਏ ਇੱਕ ਮੋਹਰ ਉਹਦੇ ਨੂੰ ਵੱਧ ਕੀਮਤ ਵਾਲੀ ਮੋਹਰ। ਔਰ ਵਜ਼ਨ 'ਚ ਭਾਵੇਂ ਉਹ 10 ਰੁਪਏ ਜ਼ਿਆਦੇ ਹੋਣ ਮੋਹਰ ਦਾ ਵਜ਼ਨ ਘੱਟ ਹੋਵੇ। ਕਹਿਣ ਲੱਗੇ ਪਰ ਮੋਹਰ ਉਦੋਂ ਮਹਿੰਗੇ ਮੁੱਲ ਦੀ। ਔਰ ਕਹਿੰਦੇ ਸਹਿ ਸਹਿ ਸੁਣੀਏ ਮੁੱਲ ਕਰ ਲੈ ਹੀਰਾ ਹਾਰ ਪਰੋਈ। ਕਹਿੰਦੇ ਜਿਹੜੀ ਸਹਿਸ 100 ਮੋਹਰ ਹੋਵੇ ਤੇ ਉਹ ਮੋਹਰ ਦਾ ਵਜ਼ਨ ਜ਼ਿਆਦਾ ਹੋਵੇਗਾ ਤੇ ਇੱਕ ਹੀਰਾ ਹੋਵੇ ਵਜ਼ਨ 'ਚੋਂ ਘੱਟ ਹੋਊ ਪਰ ਉਹ ਹੀਰਾ ਜਿਹੜਾ ਮਹਿੰਗੇ ਮੁੱਲ ਦਾ ਉਹਦੇ ਤੋਂ ਹਜ਼ਾਰਾਂ ਦੀ ਤਾਦਾਦ ਅੰਦਰ ਮੋਹਰਾਂ ਵਾਰੀਆਂ ਜਾ ਸਕਦੀਆਂ ਨੇ। ਕਹਿਣ ਲੱਗੇ ਇਸੇ ਤਰ੍ਹਾਂ ਪੈਰੀ ਪੈ ਪਾਖਾਕ ਹੋਏ ਮਨ ਬਚ ਕਰਮ ਭਾਉ ਖੋਈ। ਕਹਿਣ ਲੱਗੇ ਜਿਹੜਾ ਗੁਰੂ ਦੇ ਚਰਨੀ ਪੈਂਦਾ ਆ ਕੇ ਚਰਨੀ ਲੱਗ ਜਾਂਦਾ ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਭਰਮ ਤੇ ਭਾਉ ਗੁਰੂ ਦੇ ਅੰਦਰ ਦਾ ਖੋ ਦਿੰਦਾ। ਗੁਰੂ ਛੋਟੇ ਵੱਡੇ ਦੀ ਸੰਧ ਨੂੰ ਖਤਮ ਕਰ ਦਿੰਦਾ। ਹੋਏ ਪੰਚਾਨ ਪੰਚ ਮਾਰ ਆਪਣੇ ਅੰਦਰ ਦੇ ਪੰਜਾਂ ਵੈਰੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰ ਕੇ ਔਰ ਪੰਜਾਂ ਵਿੱਚ ਪ੍ਰਵਾਨਿਤ ਹੁੰਦਾ। ਬਾਹਰ ਜਾਂਦਾ ਰੱਖ ਸਗੋਈ। ਕਹਿੰਦੇ ਜਿਹੜਾ ਮਨ ਬਾਹਰ ਨੂੰ ਭਟਕਦਾ ਇਹਨੂੰ ਹਿਰਦੇ ਵਿੱਚ ਟਿਕਾ ਕੇ ਰੱਖਦਾ ਹੈ। ਬੋਲ ਅਮੋਲ ਸਾਧ ਜਨ ਓਈ। ਕਹਿੰਦੇ ਜਿਹਦੇ ਬੋਲ ਅਮੋਲਕ ਹੋਣ ਅਜ਼ਾਈ ਨਾ ਹੋਣ। ਭਾਈ ਗੁਰਦਾਸ ਸਾਹਿਬ ਕਹਿੰਦੇ ਸਾਧੂ ਉਹ ਜੇ ਜਨ ਰੱਬ ਦਾ ਪਿਆਰਾ ਉਹ ਜੇ ਜਿਹੜਾ ਅਮੋਲਕ ਬਚਨ ਵਾਹਿਗੁਰੂ ਵਾਲੇ ਬੋਲੇ ਦੂਜਾ ਨਹੀਂ। ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਔਰ 23ਵੀਂ ਵਾਰ ਦੀ ਸੰਪੂਰਨਤਾ ਹੁੰਦੀ ਹੈ ਜਿਵੇਂ ਅੱਗੇ ਔਰ 24ਵੀਂ ਵਾਰ ਦੀ ਆਰੰਭਤਾ ਹੁੰਦੀ ਹੈ। ਉਹ ਆਪਾਂ ਅਗਲੇ ਸਮੇਂ ਦੇ ਅੰਦਰ ਜਿਸ ਤਰ੍ਹਾਂ ਸਤਿਗੁਰੂ ਗਰੀਬ ਨਿਵਾਜ ਸਾਡੇ ਤੇ ਕਿਰਪਾ ਕਰਕੇ ਸਾਨੂੰ ਇਹ ਸਬਬ ਬਖਸ਼ਿਸ਼ ਕਰਨਗੇ ਉਹਦੇ ਮੁਤਲਕ ਜਿੰਨੀ ਕੁ ਆਪ ਕਿਰਪਾ ਕਰਕੇ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਦੀ ਸਾਨੂੰ ਵਿਚਾਰ ਕਰਨ ਦੀ ਮਤ ਬੁੱਧ ਬਖਸ਼ਦੇ ਨੇ। ਅਸੀਂ ਪੜ੍ਹਦੇ ਸੁਣਦੇ ਜਾਣਾ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ ਸਾਨੂੰ ਪੜ੍ਹਨ ਸੁਣਨ ਵਾਲਿਆਂ ਨੂੰ ਸਮਤ ਬਖਸ਼ਿਸ਼ ਕਰਨ ਸਾਡਾ ਆਇਆ ਹੋਇਆ ਸਫਲਾ ਹੋ ਸਕੇ। ਬੇਅੰਤ ਭੁੱਲਾਂ ਦੀ ਖੇਮਾ ਔਰ ਸਤਿਗੁਰੂ ਦੇ ਬਚਨ ਜਾਨ ਹਿਰਦਿਆਂ 'ਚ ਵਸਾਵਣੇ। ਗੁਰੂ ਕੀ ਸੰਗਤ ਨੂੰ ਇੱਕ ਬੇਨਤੀ ਹੈ ਸਾਧ ਸੰਗਤ ਜੀ ਜਿਹੜੀ ਦੇਸ਼ ਦੀ ਵੰਡ ਹੋਈ ਔਰ 15 ਅਗਸਤ 1947 ਉਹਦੇ ਵਿੱਚ 10 ਲੱਖ ਤਕਰੀਬਨ ਕਰੀਬ ਮੈਂ ਸ਼ਬਦ ਵਰਤਿਆ ਔਰ ਵੱਧ ਵੀ ਹੋ ਸਕਦੇ ਨੇ 10 ਲੱਖ ਦੇ ਕਰੀਬ ਕਤਲੇਆਮ ਹੋਇਆ ਸਿੱਖਾਂ ਦਾ ਔਰ ਲੋਕਾਈ ਦਾ। ਤੇ 3 ਲੱਖ ਦੇ ਕਰੀਬ ਸ਼ਬਦ ਮੈਂ ਪਹਿਲਾਂ ਤਾਂ ਵਰਤਿਆ ਕੁਝ ਵੱਧ ਘੱਟ ਵੀ ਗਿਣਤੀ 'ਚ ਹੋ ਸਕਦਾ। ਕਰੀਬ ਮਾਈਆਂ ਬੀਬੀਆਂ ਜਿਹੜੀਆਂ ਨੇ ਇਹਨਾਂ ਦਾ ਹਾਲੋਂ ਬੇਹਾਲ ਹੋਇਆ ਔਰ ਉਹ ਕਿਹੋ ਜਿਹਾ ਹੋਇਆ ਉਹ ਆਪ ਸਾਰੇ ਜਾਣਦੇ ਹੋ। ਉਹਨਾਂ ਦੇ ਕਤਲੇਆਮ ਜਿਹੜਾ ਉਦੋਂ ਹੋਇਆ ਦੁਖਾਂਤ ਵਾਪਰਿਆ ਉਹਦੇ ਲਈ ਆਪਾਂ ਔਰ ਜਿਹੜਾ 15 ਅਗਸਤ ਤੱਕ ਅੰਮ੍ਰਿਤ ਵੇਲੇ ਅਰਦਾਸ ਤੋਂ ਬਾਅਦ ਮੂਲ ਮੰਤਰ ਦਾ ਜਾਪ ਕਰਿਆ ਕਰਨਾ ਹੈ ਉਹਨੇ ਦਿਨ। ਤੇ 16 ਨੂੰ ਆਪਾਂ ਤੜਕੇ ਅਰਦਾਸ ਕਰ ਦੇਣੀ ਹੈ ਮਹਾਰਾਜ ਉਹਨਾਂ ਨੂੰ ਆਪਣੇ ਮਿਹਰ ਕਰਨ ਸ਼ਾਂਤੀ ਬਖਸ਼ਣ ਕਰਨ ਤੇ ਸਾਨੂੰ ਭਰੋਸਾ ਤੇ ਤਰਵਾਸ ਬਖਸ਼ਿਸ਼ ਕਰਨ ਔਰ ਗੁਰੂ ਕਿਰਪਾ ਕਰੇ
ਔਰ ਸਾਨੂੰ ਬਚਾ ਕੇ ਰੱਖੇ, ਸਾਨੂੰ ਏਕਤਾ ਦੀ ਲੜੀ 'ਚ ਪਰੋ ਕੇ ਰੱਖੇ ਔਰ ਉਹਨਾਂ ਦੇ ਲਈ ਅਸੀਂ ਇਹ ਪੁਰਸ਼ਾਰਥ ਕਰਨਾ ਹੈ। ਸਾਰੀ ਸੰਗਤ ਮਿਲ ਕੇ ਜੁੜ ਕੇ, ਜਿੱਥੇ ਆਪਾਂ ਅੱਗੇ ਵਾਹਿਗੁਰੂ ਮੰਤਰ ਜਪਨੇ, ਉੱਥੇ ਮੂਲ ਮੰਤਰ ਦੇ ਜਾਪ ਵਿਸ਼ੇਸ਼ ਤੌਰ ਤੇ ਉਹਨੇ ਦਿਨ ਜਪਣੇ ਨੇ ਤੇ ਇਹਨਾਂ ਦੀ ਸੰਪੂਰਨਤਾ ਦੀ ਅਰਦਾਸ ਆਪਾਂ 16 ਤਰੀਕ ਨੂੰ ਕਰ ਦੇਣੀ ਹੈ। ਇਸ ਕਰਕੇ ਸਾਰੀ ਸੰਗਤ ਨੇ ਨਾਲ ਸੰਜੋਗ ਕਰਨਾ, ਜਪਣਾ ਆ। ਬਹੁਤ ਬਹੁਤ ਧੰਨਵਾਦ ਹੈ। ਆਓ ਅਰਦਾਸ ਅੰਦਰ ਸ਼ਾਮਲ ਹੋਈਏ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ